ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾਮ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰਾ ਸਤਿਗੁਰਾ, ਸਾ ਬਿਦ ਤੁਮ ਹਰ ਜਾਨਹੁ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलिया चुके सब सोग संतापे। ना हो जति सती नहीं पड़िया, मूर्ख मुगदा जन्म पया। प्रणवत नानक तिन की सरनाम, जिन तू नाहीं विसरिया। प्रणवत नानक तिन की सरनाम, जिन तू नाहीं विसरिया। सतनाम श्री वाहिगुरु जी। भरी आए हाथ पैर तन देह, पानी धोतै उतरस खेह। भरिया हाथ पैर तन देह, पानी धोतै उतरस खेह। मूत पलीती कपड़ होए, दे साबून लैया ओह धोए। भरिया मत पापां कै संग, ओह धोपै नावै कै रंग। पुन्नी पापी आखन नाहे, कार कार करना लिख ले जाहो। आपे बीज आपे ही खाहो, नानक हुक्मी आवहो जाहो। आपे बीज
ਆਪੇ ਹੀ ਖਾਹੋ। ਨਾਨਕ ਹੁਕਮੀ ਆਵਹੁ ਜਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤ ਜੁੜ ਬੈਠ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਆਪ ਜੀ ਨੇ ਕੀਰਤਨ ਸਰਵਨ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਪਦੇਸ਼ ਦਿੱਤਾ ਹੈ, ਇਸ ਅਸਥਾਨ ਤੇ ਉਸ ਉਪਦੇਸ਼ ਦੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਸ਼ਾਮ ਦੇ ਸਮੇਂ ਤੇ ਸੋਦਰ ਤੋਂ ਉਪਰੰਤ ਆਪ ਜੀ ਰੋਜ਼ਾਨਾ ਸਰਵਨ ਕਰਦੇ ਹੋ। ਲੜੀਵਾਰ ਵਿਚਾਰ ਦਾ ਹੁਣ ਹਫ਼ਤਾਵਾਰੀ ਜੋ ਮੁੱਖ ਦੀਵਾਨ ਸਜਾਇਆ ਜਾਂਦਾ ਹੈ, ਉਹਦੇ ਵਿੱਚ ਹੁਣ ਸਮਾਂ ਹੋਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਜਪਜੀ ਸਾਹਿਬ, ਇਸ ਦੀ ਵਿਚਾਰ ਜਿਹੜੀ ਹੈ 19 ਪੌੜੀਆਂ ਤੱਕ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੰਪੂਰਨ ਹੋ ਚੁੱਕੀ ਹੈ। 20 ਨੰਬਰ ਪੌੜੀ ਜਿਹੜੀ ਹੈ ਭਰੀਆ ਹੱਥ ਪੈਰ ਤਨ ਦੇਹ, ਇਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਤੇ ਇਸੇ ਤੋਂ ਅੱਜ ਜਿਹੜੀ ਹੈ ਲੜੀਵਾਰ ਕਥਾ ਦੀ ਪ੍ਰਾਰੰਭਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ, ਗੁਰੂ ਦੀ ਕਿਰਪਾ ਹੋਵੇ, ਸਾਨੂੰ ਗੁਰਬਾਣੀ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਸਕੇ ਤੇ ਅਸੀਂ ਆਪਣੇ ਮਨ ਦੀ ਮੈਲ ਨੂੰ ਧੋਣ ਦਾ ਤਰੀਕਾ ਸਤਿਗੁਰੂ ਮਹਾਰਾਜ ਜੀ ਤੋਂ ਸਿੱਖ ਸਕੀਏ। ਆਪ ਸੰਗਤ ਅਸੀਸ ਬਖਸ਼ੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ। ਸਾਰੀ ਸੰਗਤ ਅਦਬ ਪਿਆਰ ਸਤਿਕਾਰ ਸਹਿਤ ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ, ਕਿਉਂਕਿ ਹਾਜ਼ਰੀ ਜਿਹੜੀ ਹੈ ਉਹ ਜ਼ਰੂਰੀ ਹੈ। ਜਿਵੇਂ ਸਕੂਲ ਦੇ ਵਿੱਚ ਵਿਦਿਆਰਥੀ ਰੋਜ਼ ਜਾਵੇ, ਸਾਰੇ ਪੀਰੀਅਡ ਜਿਹੜੇ ਨੇ ਉਹ ਕਲਾਸਾਂ ਅਟੈਂਡ ਵੀ ਕਰ ਆਵੇ, ਪਰ ਜਿਸ ਸਮੇਂ ਹਾਜ਼ਰੀ ਬੋਲੀ ਜਾਂਦੀ ਹੈ ਉਸ ਵੇਲੇ ਉਹ ਚੁੱਪ ਕਰਕੇ ਕਲਾਸ ਦੇ ਵਿੱਚ ਬੈਠਾ ਰਹੇ। ਜਿੱਦਣ ਸਾਲ ਦੇ ਵਿੱਚ ਲੇਖਾ ਜੋਖਾ ਕੀਤਾ ਜਾਂਦਾ ਹੈ ਤੇ ਉਦੋਂ ਫਿਰ ਉਹਦੀਆਂ ਹਾਜ਼ਰੀਆਂ ਜਦੋਂ ਘਟ ਜਾਂਦੀਆਂ ਤੇ ਉਹ ਦਾਵਾ ਕਰਦਾ ਹੈ, ਜੀ ਮੈਂ ਤਾਂ ਸਕੂਲ 'ਚ ਰੋਜ਼ ਆਇਆ, ਮੇਰੀਆਂ ਗੈਰ ਹਾਜ਼ਰੀਆਂ ਕਿਉਂ? ਤੇ ਜਦੋਂ ਪੁੱਛਿਆ ਗਿਆ ਕਿ ਜਦੋਂ ਹਾਜ਼ਰੀ ਬੁਲਾਈ ਗਈ ਉਦੋਂ ਕਿੱਥੇ ਸੀ, ਕਹਿੰਦਾ ਮੈਂ ਹੈ ਤਾਂ ਕਲਾਸ ਦੇ ਵਿੱਚ ਸੀ ਪਰ ਮੈਂ ਬੋਲਿਆ ਨਹੀਂ। ਮਨ ਨੂੰ ਇਹ ਇੱਕ ਥਾਂ ਤੇ ਇਕਾਗਰ ਕਰਨ ਵਾਸਤੇ ਕਿ ਸੰਗਤ ਵਿੱਚ ਅਸੀਂ ਆਏ ਹਾਂ ਤੇ ਸਾਡਾ ਮਨ ਵੀ ਸੰਗਤ ਦੇ ਵਿੱਚ ਬੈਠ ਸਕੇ, ਸਾਨੂੰ ਲਾਭ ਪ੍ਰਾਪਤ ਹੋ ਸਕੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਦਿਨ ਵੇਈ ਦੇ ਵਿੱਚੋਂ ਬਾਹਰ ਆਏ ਸੀ ਤੇ ਮਹਾਰਾਜ ਨੇ ਕਿਹਾ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਤੇ ਮੁਸਲਮਾਨ ਜਿਹੜੇ ਸਨ ਨਵਾਬ ਦੌਲਤ ਖਾਂ ਕੋਲ ਜਾ ਕੇ ਆਖਦੇ ਨੇ ਕਿ ਨਵਾਬ ਜੀ, ਜਿਹੜਾ ਤੁਹਾਡਾ ਮੋਦੀ ਏ, ਕੱਲ ਤੱਕ ਤਾਂ ਉਹ ਮੋਦੀ ਖਾਨੇ ਵਿੱਚ ਸੌਦਾ ਤੋਲਦਾ ਸੀ, ਅੱਜ ਉਹ ਕਹਿੰਦਾ ਹੈ ਕਿ ਨਾ ਕੋ ਹਿੰਦੂ ਨਾ ਮੁਸਲਮਾਨ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਨਵਾਬ ਦੇ ਕਹਿਣ ਦੇ ਉੱਤੇ ਦਰਬਾਰ ਵਿੱਚ ਸੱਦਿਆ, ਪਰ ਮਹਾਰਾਜ ਗਏ ਨਹੀਂ। ਮਹਾਰਾਜ ਕਹਿੰਦੇ ਮੈਂ ਹੁਣ ਤੇਰੇ ਮਾਲਕ ਦਾ, ਤੇਰੇ ਨਵਾਬ ਦਾ ਨੌਕਰ ਨਹੀਂ,
ਕਿ ਉਹ ਮੈਨੂੰ ਸੱਦੇਗਾ ਤੇ ਮੈਂ ਉਹਦੇ ਸੱਦੇ ਦੇ ਉੱਤੇ ਪਹੁੰਚ ਜਾਵਾਂਗਾ। ਨਵਾਬ ਨੂੰ ਜਾ ਕੇ ਦੱਸਿਆ, ਦੇਖੋ ਉਹਨੇ ਇਸ ਤਰ੍ਹਾਂ ਆਖਿਆ। ਨਵਾਬ ਸਾਹਿਬ ਕਹਿੰਦਾ ਮੈਨੂੰ ਪਰਵਾਹ ਨਹੀਂ ਤੇਰੇ ਨਵਾਬ ਦੀ। ਨਵਾਬ ਸਿਆਣਾ ਸੀ, ਉਹਨੇ ਕਿਹਾ ਨਹੀਂ ਇਸ ਤਰ੍ਹਾਂ ਜਾ ਕੇ ਨਾ ਆਖੋ, ਨਾਨਕ ਬੰਦਗੀ ਵਾਲੀ ਆਤਮਾ ਹੈ, ਉਹਨੂੰ ਜਾ ਕੇ ਕਹੋ ਕਿ ਖੁਦਾ ਦੇ ਵਾਸਤੇ ਦਰਸ਼ਨ ਦੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਕਿਹਾ ਕਿ ਖੁਦਾ ਦੇ ਵਾਸਤੇ ਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖੁਦਾ ਦੇ ਵਾਸਤੇ ਮੈਨੂੰ ਕਿਤੇ ਵੀ ਕੋਈ ਬੁਲਾਏਗਾ ਮੈਂ ਜ਼ਰੂਰ ਜਾਵਾਂਗਾ। ਮਹਾਰਾਜ ਗਏ, ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਵੀ ਕਈ ਕੀਤੇ ਗਏ ਤੇ ਮਹਾਰਾਜ ਕਹਿੰਦੇ ਨੇ ਕਿ ਹਾਂ ਮੈਂ ਬਿਲਕੁਲ ਇਹ ਮੰਨਦਾ ਕਿ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ। ਇਹਦਾ ਭਾਵ ਸੀ ਕਿ ਕੋਈ ਚੰਗਾ ਨਹੀਂ। ਉਹ ਕਹਿੰਦੇ ਜੇ ਤੁਸੀਂ ਮੰਨਦੇ ਹੋ ਕਿ ਮੁਸਲਮਾਨ ਹਿੰਦੂ ਕੋਈ ਨਹੀਂ, ਸਾਰੇ ਰੱਬ ਦੀ ਪੈਦਾਇਸ਼ ਨੇ, ਤੇ ਕੀ ਤੁਸੀਂ ਸਾਡੇ ਨਾਲ ਅੱਜ ਨਮਾਜ਼ ਪੜ੍ਹ ਸਕਦੇ ਹੋ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਾਂ ਬਿਲਕੁਲ ਪੜ੍ਹ ਸਕਦਾ, ਕਿਉਂਕਿ ਇਹ ਉਸ ਵੇਲੇ ਸੁਲਤਾਨਪੁਰ ਦੇ ਵਿੱਚ ਜਦੋਂ ਇਹ ਗੱਲ ਫੈਲੀ ਕਿ ਨਾਨਕ ਅੱਜ ਨਮਾਜ਼ ਪੜ੍ਹਨ ਚੱਲਿਆ ਏ, ਅੱਜ ਖੱਤਰੀਆਂ ਦਾ ਪੁੱਤਰ, ਅੱਜ ਬੇਦੀਆਂ ਦੀ ਕੁੱਲ ਦਾ ਦੀਪਕ, ਅੱਜ ਸ਼ਾਇਦ ਮੁਸਲਮਾਨ ਹੋ ਜਾਏਗਾ, ਉਹ ਨਮਾਜ਼ ਪੜ੍ਹਨ ਵਾਸਤੇ ਤੁਰਿਆ ਜਾ ਰਿਹਾ, ਤੇ ਸੁਲਤਾਨਪੁਰ ਦੇ ਲੋਕ ਇਕੱਠੇ ਹੋ ਗਏ ਉੱਥੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ, ਉਹਨਾਂ ਨਮਾਜ਼ ਕਾਜ਼ੀ ਨੇ ਪੜ੍ਹੀ। ਨਵਾਬ ਦੌਲਤ ਖਾਨ ਨਾਲ ਨਮਾਜ਼ ਪੜ੍ਹਦਾ ਪਿਆ ਏ, ਤੇ ਨਾਲੇ ਪਿੱਛੇ ਨੂੰ ਪਲਟ ਕੇ ਦੇਖ ਲੈਂਦੇ ਨੇ ਕਿ ਨਾਨਕ ਵੀ ਨਮਾਜ਼ ਪੜ੍ਹਦਾ ਹੈ ਕਿ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਪਿੱਛੇ ਖਲੋਤੇ ਬਿਲਕੁਲ ਮੁਸਕਰਾਉਂਦੇ ਰਹੇ। ਕਾਜ਼ੀ ਨੇ ਜਦੋਂ ਨਮਾਜ਼ ਅਦਾ ਕਰ ਲਈ, ਨਵਾਬ ਨੇ ਵੀ ਨਮਾਜ਼ ਅਦਾ ਕੀਤੀ, ਤੇ ਸਤਿਗੁਰ ਮਹਾਰਾਜ ਨੂੰ ਕਿਹਾ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਕਿਹੜਾ ਪੜ੍ਹੀ ਏ? ਕਹਿੰਦੇ ਅਸੀਂ ਤਾਂ ਦੇਖੋ ਸਜਦਾ ਵੀ 5 ਵਾਰੀ ਕੀਤਾ, ਅਸੀਂ ਤਾਂ ਦਰੂਦ ਸ਼ਰੀਫ ਵੀ ਪੜਿਆ, ਅਸੀਂ ਤਾਂ ਆਇਤਾਂ ਵੀ ਪੜੀਆਂ, ਅਸੀਂ ਤਾਂ ਨਮਾਜ਼ ਅਦਾ ਵੀ ਕੀਤੀ ਹੈ ਸਾਰੀ, ਤੁਸੀਂ ਨਹੀਂ ਕੀਤੀ। ਸਤਿਗੁਰ ਮਹਾਰਾਜ ਕਹਿੰਦੇ ਕਾਜ਼ੀ ਜੀ ਜਦੋਂ ਤੁਸੀਂ ਨਮਾਜ਼ ਪੜ੍ਹਦੇ ਪਏ ਸੀ ਉਦੋਂ ਤੁਹਾਡਾ ਮਨ ਜਿਹੜਾ ਸੀ ਨਾ ਉਹਦੇ ਚ ਖਿਆਲ ਚੱਲਦੇ ਸੀ ਕਿ ਘਰੇ ਘੋੜੀ ਨੇ ਵਿਸ਼ੇਰੀ ਨੂੰ ਜਨਮ ਦਿੱਤਾ ਏ, ਬੱਚੇ ਕਿਤੇ ਦੁੜਾ ਦੁੜਾ ਕੇ ਉਹਨੂੰ ਘਰ ਦੀ ਖੂਹੀ ਵਿੱਚ ਨਾ ਸੁੱਟ ਦੇਣ, ਉਹ ਵਿਸ਼ੇਰੀ ਨਾ ਕਿਤੇ ਮਰ ਜਾਏ। ਕਾਜ਼ੀ ਬਿਲਕੁਲ ਚੁੱਪ ਹੋ ਗਿਆ, ਐ ਜਿਵੇਂ ਬਰਫ਼ ਦੇ ਵਿੱਚ ਲੱਗ ਗਿਆ ਹੋਵੇ। ਉਹ ਸ਼ਾਂਤ ਹੋ ਗਿਆ ਕਿ ਇਹ ਤਾਂ ਅੰਦਰ ਦੀ ਜਾਣਗੇ ਮੇਰੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਗੱਲ ਆਖੀ ਤੇ ਨਵਾਬ ਦੌਲਤ ਖਾਂ ਉਹ ਸੋਚਦਾ ਸੀ ਸ਼ਾਇਦ ਮੈਂ ਨਵਾਬ ਆ ਤੇ ਮੇਰਾ ਤੇ ਪ੍ਰਭਾਵ ਹੋਏਗਾ ਨਾ, ਮੇਰੇ ਅੱਗੇ ਜਵਾਬ ਨਹੀਂ ਦੇਗਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਆਖਦਾ ਹੈ, ਨਵਾਬ ਦੌਲਤ ਖਾਂ ਕਹਿਣ ਲੱਗਾ ਦੇਖ ਮੈਂ ਤੇ ਨਮਾਜ਼ ਪੜ੍ਹੀ ਆ ਨਾ, ਜੇ ਕਾਜ਼ੀ ਨੇ ਨਹੀਂ ਪੜ੍ਹੀ ਤਾਂ। ਹੁਣ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨਵਾਬਾਂ ਬਾਦਸ਼ਾਹ ਦੀ ਪਰਵਾਹ ਨਹੀਂ ਕਰਦਾ, ਜੇ ਸੱਚੀ ਗੱਲ ਇਹ ਆ ਕਿ ਜਿੰਦੇ ਹਿਰਦੇ ਵਿੱਚ ਸੱਚ ਟਿਕ ਜਾਂਦਾ ਹੈ ਨਾ, ਫਿਰ ਉਹਨੂੰ ਕੋਈ ਵੀ ਸੰਸਾਰ ਦੇ ਵਿੱਚ ਆ ਕੇ ਡਰਾਉਣਾ ਚਾਹੇ, ਦਬਾਉਣਾ ਚਾਹੇ, ਉਹ ਕਿਸੇ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੁੰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਇਹ ਸਿੱਖੀ ਨੂੰ ਸਿਧਾਂਤ ਦੇ ਦਿੱਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜੇਕਰ ਬਾਬਰ ਵਰਗੇ ਬਾਦਸ਼ਾਹ ਵੀ ਆਏ ਤੇ ਉਹਨਾਂ ਨੇ ਝੁਕਾਉਣ ਦੇ ਯਤਨ ਕੀਤੇ, ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੀ ਦਾਨਵੇ ਲਾਲੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕੁਰਲਾਨੇ, ਤੈਂ ਕੀ ਦਰਦ ਨਾ ਆਇਆ। ਮਹਾਰਾਜ ਨਵਾਬਾਂ ਦੀ ਪਰਵਾਹ ਕਿੱਥੇ ਕਰਦੇ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦ ਤੇ ਹੁੰਦੇ ਆ, ਪਰ ਉਹ ਬਾਦਸ਼ਾਹ ਦੀ ਪਰਵਾਹ ਥੋੜੀ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੇਕਰ ਉਹ ਮੀਰੀ ਤੇ ਪੀਰੀ ਦੇ ਸਿਧਾਂਤ ਕੱਲ ਬੀਤ ਕੇ ਜਿਹੜਾ ਗਿਆ ਕੱਲ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸਿਕ ਦਿਹਾੜਾ ਸੀ। ਕੱਲ ਦੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੀਆਂ ਤਲਵਾਰਾਂ ਦਾ ਦਿਵਸ ਆਉਣਾ ਹੈ। ਇਹ ਸਿੱਖੀ ਬਿਲਕੁਲ ਤੁਸੀਂ ਇਹ ਨਾ ਸੋਚੋ ਕਿ ਸਿੱਖ ਦੇ ਜੀਵਨ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੱਚੇ ਪਾਤਸ਼ਾਹ ਮਹਾਰਾਜ ਨੇ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਕੀਤਾ ਹੈ। ਹਰਮੰਦਰ ਸਾਹਿਬ ਦੇ ਬਾਹਰ 2 ਨਿਸ਼ਾਨ ਸਾਹਿਬ ਜਿਹੜੇ ਨੇ ਉਹ ਇਸ ਗੱਲ ਦੇ ਪ੍ਰਤੀਕ ਨੇ, ਇੱਕ ਧਰਮ ਦੇ ਨਾਂ ਤੇ ਹੈ ਤੇ ਇੱਕ ਰਾਜਨੀਤੀ ਦੇ ਨਾਂ ਤੇ। ਹਰਮੰਦਰ ਸਾਹਿਬ ਦੇ ਅੰਦਰ ਜਾਓਗੇ ਤੇ ਉੱਥੇ ਸੱਚ ਉਪਦੇਸ਼ ਗੁਰਬਾਣੀ ਕੀਰਤਨ ਸੁਣਾਈ ਦਿੰਦਾ ਹੈ, ਤੇ ਅਕਾਲ ਤਖਤ ਤੇ ਆਓਗੇ ਤੇ ਉੱਥੇ ਸ਼ਸਤਰਾਂ ਦੀ ਪੂਜਾ ਵੀ ਤੁਹਾਨੂੰ ਨਾਲ ਦਿਸੇਗੀ।
ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਿਧਾਂਤ ਦਿੱਤਾ ਤੇ ਇਹ ਕਹਿ ਦਿੱਤਾ ਕਿ ਅਸੀਂ ਜਦੋਂ ਪਹਿਲੋਂ ਆਰੰਭਤਾ ਹੁੰਦੀ ਹੈ ਨਾ, ਸਿੱਖੀ ਜਦੋਂ ਪੈਰ ਪਸਾਰਦੀ ਹੈ, ਸਿੱਖੀ ਨੇ ਜਿਹੜਾ ਸੀ ਉਹ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਜਿਹੜੇ ਗੁਰਦੁਆਰੇ ਸੀ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਧਾਰਮਿਕ ਕੇਂਦਰ ਜਿਹੜੇ ਬਣਾਏ ਜਾਂਦੇ ਸੀ, ਉੱਥੇ ਨਾਲੇ ਤਾਂ ਗੁਰਮਤਿ ਵਿਦਿਆ ਪੜ੍ਹਾਈ ਜਾਣੀ, ਨਾਲੇ ਦੁਨਿਆਵੀ ਵਿਦਿਆ ਪੜ੍ਹਾਈ ਜਾਣੀ, ਨਾਲੇ ਰਾਜਨੀਤਿਕ ਵਿਦਿਆ ਵੀ ਪੜ੍ਹਾਈ ਜਾਣੀ। ਅੱਜ ਤਾਂ ਅਸੀਂ ਕਹਿੰਦੇ ਨਹੀਂ ਗੁਰਦੁਆਰੇ 'ਚ ਰਾਜਨੀਤੀ ਨਹੀਂ, ਗੁਰਦੁਆਰਿਆਂ ਦੇ ਵਿੱਚੋਂ ਹੀ ਰਾਜਨੀਤੀ ਸਿੱਖ ਸਿੱਖਦੇ ਸੀ। ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਕਿ ਦੇਖ ਨਵਾਬ, ਨਮਾਜ਼ ਜਿਹੜੀ ਸੀ ਉਹ ਤੂੰ ਵੀ ਨਹੀਂ ਪੜ੍ਹੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਵਾਬ ਦੌਲਤ ਖਾਨ ਨੂੰ, ਕਹਿੰਦੇ ਤੇਰਾ ਮਨ ਜਿਹੜਾ ਸੀ ਨਾ ਉਦੋਂ ਫੁਰਨੇ ਚੱਲਦੇ ਪਏ ਸੀ ਕਿ ਮੈਂ ਇਰਾਕ ਦੇ ਵਿੱਚੋਂ ਅਰਬੀ ਘੋੜੇ ਖਰੀਦ ਕੇ ਲੈ ਕੇ ਆਉਣੇ ਆ, ਮੈਂ ਜਾ ਕੇ ਮੁਲਾਜ਼ਮ ਨੂੰ ਭੇਜਣਾ, ਉਹ ਚੰਗੇ ਘੋੜੇ ਖਰੀਦ ਕੇ ਲੈ ਕੇ ਆਏ। ਤੇਰਾ ਜਦੋਂ ਤੁਸੀਂ ਮਸਜਿਦ ਦੇ ਵਿੱਚ ਆਏ, ਕਾਜੀ ਆਇਆ, ਜਦੋਂ ਮਸਜਿਦ ਦੇ ਵਿੱਚ ਨਵਾਬ ਆਇਆ, ਤੁਸੀਂ ਆ ਕੇ ਵੁਜੂ ਕੀਤਾ, ਤੁਸੀਂ ਹੱਥ ਧੋਤੇ, ਪੈਰ ਧੋਤੇ, ਕੰਨਾਂ ਤੱਕ ਮੂੰਹ ਨੂੰ ਧੋਤਾ। ਕਹਿੰਦੇ ਉਦੋਂ ਮੈਨੂੰ ਲੱਗਿਆ ਕਿ ਸੱਚੀ ਮੁੱਚੀ ਇਹ ਖੁਦਾ ਦੀ ਗੱਲ ਕਰਨ ਵਾਸਤੇ ਆਏ ਆ। ਪਰ ਜਦੋਂ ਤੁਸੀਂ ਨਮਾਜ਼ ਅਜੇ ਸ਼ੁਰੂ ਕੀਤੀ, ਉਦੋਂ ਮੈਨੂੰ ਮਹਿਸੂਸ ਹੋਇਆ ਕਿ ਕੱਲਾ ਸਰੀਰ ਹੀ ਉੱਠਦਾ ਤੇ ਬੈਠਦਾ ਪਿਆ ਏ, ਕੱਲਾ ਮੂੰਹ ਹੀ ਆਇਤਾਂ ਪੜੀ ਜਾ ਰਿਹਾ ਹੈ, ਮਨ ਜਿਹੜਾ ਹੈ ਉਹ ਕਿਤੇ ਹੋਰ ਪਾਸੇ ਗਿਆ ਹੈ। ਇਹ ਬੇਨਤੀ ਇਸ ਕਰਕੇ ਆਪ ਜੀ ਨੂੰ ਕੀਤੀ ਕਿ ਜਦੋਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਆ, ਮਨ ਦਾ ਨਾ ਇਹ ਸੁਭਾਅ ਬਣਿਆ ਹੈ, ਇਹ ਕੁਦਰਤੀ ਹੈ। ਬਾਣੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਇੱਕ ਵਿਦਵਾਨ ਸੱਜਣ ਲਿਖਦਾ ਹੈ, ਕਹਿੰਦੇ ਮਾਲਾ ਤੋਂ ਕਰਮੇ ਫਿਰੇ, ਜੀਬ ਫਿਰੇ ਮੁਖ ਮਾਹੇ, ਮਨੁਆ ਤੋਂ ਦਹਿ ਦਿਸ ਫਿਰੇ, ਐਸੇ ਸਿਮਰਨ ਨਾਹੇ। ਉਹ ਕਹਿੰਦੇ ਮਾਲਾ, ਚਲੋ ਮਾਲਾ ਖੰਡਨ ਨਹੀਂ ਕਰਦੇ ਪਏ ਆਪਾਂ, ਪਰ ਦੇਖੋ ਕਹਿੰਦਾ ਮਾਲਾ ਹੱਥ ਵਿੱਚ ਫੇਰਦਾ ਪਿਆ ਏ ਤੇ ਜੀਭ ਦੇ ਨਾਲ ਮੰਤਰ ਵੀ ਪੜਦਾ ਪਿਆ ਏ, ਨਾਮ ਹੀ ਰੱਬ ਦਾ ਲੈਂਦਾ ਪਿਆ ਏ। ਮਾਲਾ ਤੋਂ ਕਰਮੇ ਫਿਰੇ, ਹੱਥ ਕਰ ਹੱਥ ਵਿੱਚ ਫਿਰਦੀ ਪਈ ਏ, ਜੀਭ ਫਿਰੇ ਮੁਖ ਮਾਹੇ, ਤੇ ਜੀਭ ਜਿਹੜੀ ਆ ਉਹ ਮੂੰਹ ਦੇ ਵਿੱਚ ਫਿਰਦੀ ਪਈ, ਭਾਵ ਕਿ ਜੀਭ ਨਾਲ ਬੋਲਦਾ ਵੀ ਪਿਆ ਏ। ਪਰ ਮਹਾਰਾਜ ਉਹ ਵਿਦਵਾਨ ਵਾਹਿਗੁਰੂ ਜੀ ਆਖਦਾ ਏ ਕਿ ਮਨੁਆ ਤੋਂ ਦਹਿ ਦਿਸ ਫਿਰੇ, ਐਸੇ ਸਿਮਰਨ ਨਾਹੇ। ਮਨ ਇੱਕ ਪਾਸੇ ਨਹੀਂ, ਮਨ ਤੇ ਕਦੀ 10ਵਾਂ ਦਿਸ਼ਾ ਦੇ ਵਿੱਚ ਭੱਜਿਆ ਫਿਰਦਾ, ਇੱਕ ਪਾਸੇ ਤਾਂ ਟਿਕਦਾ ਹੀ ਨਹੀਂ। 10 ਦਿਸ਼ਾ ਜਿਹੜੀਆਂ ਨਾ, ਜਿਵੇਂ ਉੱਤਰ ਦੱਖਣ ਪੂਰਬ ਪੱਛਮ, ਇਹ 4 ਬਣੀਆਂ, ਤੇ ਇਹਨਾਂ ਚਾਰਾਂ ਦੇ ਵਿੱਚ ਜਿਹੜੇ ਥਾਂ ਖਾਲੀ ਹੈ ਜਿਹਨੂੰ ਇਸ਼ਾਨ ਕੋਣ ਆਖਦੇ ਆ, ਉਹ 4 ਦਿਸ਼ਾ ਤੇ ਇੱਕ ਆਕਾਸ਼ ਤੇ ਇੱਕ ਧਰਤੀ, ਇਹ 10 ਬਣਦੀਆਂ ਨੇ। 4 ਦਿਸ਼ਾ, 4 ਇਸ਼ਾਨ ਕੋਣ, ਇੱਕ ਧਰਤੀ ਤੇ ਇੱਕ ਆਕਾਸ਼, ਇਹ 10 ਦਿਸ਼ਾ ਬਣਦੀਆਂ ਹੈ। ਉਹ ਕਹਿੰਦਾ ਮਾਲਾ ਤੋਂ ਕਰਮੇ ਫਿਰੇ, ਜੀਭ ਫਿਰੇ ਮੁਖ ਮਾਹੇ, ਮਨੁਆ ਤੋਂ ਦਹਿ ਦਿਸ ਫਿਰੇ, ਐਸੇ ਸਿਮਰਨ ਨਾਹੇ। ਗੁਰੂ ਕਿਰਪਾ ਕਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਵਰਤਨ। ਆਓ ਗੁਰੂ ਚਰਨਾਂ ਵਿੱਚ ਅਸੀਂ ਮਨ ਨੂੰ ਟਿਕਾਈਏ, ਮਨ ਫੁਰਨਿਆਂ ਨੂੰ ਛੱਡ ਕੇ ਥੋੜਾ ਚਿਰ ਗੁਰੂ ਕੇ ਕਿਤੇ ਹਜ਼ੂਰੀ ਵਿੱਚ ਬੈਠੇ। ਹੈ ਤਾਂ ਇਹ ਬੜੀ ਮੁਸ਼ਕਲ ਖੇਡ, ਕਿਉਂਕਿ ਜਿਹੜਾ ਦਿਸਦਾ ਹੀ ਨਹੀਂ, ਜਿਹੜਾ ਸੂਖਸ਼ਮ ਹੈ, ਜਿਹੜਾ ਇੰਨੀ ਤਾਕਤ ਵਾਲਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪਰਮਾਣੂ ਪਰਜੰਤ ਆਕਾਸ਼ੇ ਦੀਪ ਲੋ ਸੇ ਖੰਡਨੇ। ਮਨ ਦੀ ਇੰਨੀ ਕੁ ਸਪੀਡ ਜੇ, ਇੰਨਾ ਕਿ ਇਹ ਤੇਜ਼ੀ ਨਾਲ ਚੱਲਦਾ ਹੈ ਕਿ ਇੱਕ ਅੱਖ ਝਮਕੋ, ਇੰਨੇ ਚਿਰ ਸਾਰੀ ਧਰਤੀ ਘੁੰਮ ਕੇ ਆ ਜਾਂਦਾ ਜੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਨੇ ਸੰਸਕ੍ਰਿਤੀ ਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰਮਾਣੂ ਪਰਜੰਤ ਇੰਨਾ ਸੂਖਸ਼ਮ ਕਿ ਤੁਸੀਂ ਕੋਈ ਵੀ ਖੁਰਦਬੀਨ ਨਾਲ ਨਹੀਂ ਇਹਨੂੰ ਲੱਭ ਸਕਦੇ। ਪਰਮਾਣੂ ਪਰਜੰਤ ਆਕਾਸ਼ੇ ਦੀਪ ਲੋ ਸੇ ਖੰਡਨੇ, ਗਸ਼ੇਨ ਨੈਣ ਭਰੇਨ। ਕਹਿੰਦੇ ਨੇ ਬਸ ਅੱਖ ਦੇ ਚਮੱਕੇ ਦੇ ਸਮੇਂ ਜਿੰਨਾ ਇਹ ਹਰ ਥਾਂ ਤੇ ਪਹੁੰਚ ਕੇ ਆ ਜਾਂਦਾ, ਇੱਥੇ ਬੈਠਾ ਇੰਡੀਆ ਮਿੰਟ ਚ ਪਹੁੰਚ ਜਾਂਦਾ, ਤੇ ਇੰਡੀਆ ਵਾਲਿਆਂ ਦਾ ਬੈਠਾ ਵਿਦੇਸ਼ ਚ ਪਹੁੰਚ ਕੇ ਫਿਰ ਵਾਪਸ ਆ ਜਾਂਦਾ। ਮਨ ਤੇ ਕੋਈ ਲਾਗੂ ਤੇ ਨਹੀਂ ਨਾ ਨਿਯਮ ਹੁੰਦਾ ਕਿ ਨਹੀਂ ਇਹਨੂੰ ਅਸੀਂ ਫੜ ਕੇ ਰੱਖ ਸਕਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ। ਆਓ ਅੱਜ ਬਹੁਤ ਹੀ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਸਾਡੇ ਅਵਸਥਾ ਮਹਾਰਾਜ ਨੇ ਦੱਸੀ ਹੋਵੇ ਇਸ ਪੌੜੀ ਦੇ ਅੰਦਰ, ਇਹਨੂੰ ਵਿਚਾਰਨਾ ਸ਼ੁਰੂ ਕਰੀਏ। ਗੁਰੂ ਨਾਨਕ ਦੇਵ ਸਹਾਈ ਹੋਵਨ। ਸਾਰੀ ਸੰਗਤ ਪਿਆਰ ਸਤਿਕਾਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਜੀ। ਅੱਜ ਸੱਚੇ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਆਖਦੇ ਨੇ ਕਿ ਭਰੀਆ ਹੱਥ ਪੈਰ ਤਨ ਦੇਹ। ਅਖਰੀ ਅਰਥ ਇਹਦੇ ਇਹ ਬਣਨਗੇ ਕਿ ਜੇਕਰ ਹੱਥ ਜਿਹੜੇ ਨੇ, ਪੈਰ ਜਿਹੜੇ ਨੇ, ਤਨ ਤੇ ਦੇਹ ਜਿਹੜੇ ਨੇ, ਇਹਦਾ ਅਰਥ ਇੱਕੋ ਹੀ ਹੋਵੇਗਾ। ਤਨ ਦਾ ਅਰਥ ਵੀ ਸਰੀਰ ਕਰਾਂਗੇ ਤੇ ਦੇਹ ਦਾ ਅਰਥ ਵੀ ਸਰੀਰ। ਜਦੋਂ ਪਾਠ ਕਰਦੇ ਹੋ ਨਾ ਜਪਜੀ ਸਾਹਿਬ ਦਾ, ਇੱਥੇ ਦੇਹ ਨਹੀਂ ਆਖਣਾ, ਇਹਨੂੰ ਦੇਹ ਹੀ ਆਖਣਾ ਹੈ, ਕਿਉਂਕਿ ਅੱਗੇ ਜਿਹੜਾ ਸ਼ਬਦ ਹੈ ਉਹ ਖੇ ਆਇਆ ਹੈ, ਉਹਨੂੰ ਖੇਹ ਨਹੀਂ ਆਖਣਾ, ਸਿਹਾਰੀ ਨਹੀਂ ਨਾਲ ਲਾਉਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦੇਹ ਦੇ, ਸਰੀਰ ਦੇ, ਹੱਥ ਪੈਰ ਤਨ ਜਿਹੜਾ ਹੈ, ਜੇਕਰ ਇਹਦੇ ਉੱਪਰ ਇਹ ਮੈਲ ਦੇ ਨਾਲ ਭਰ ਜਾਵੇ, ਇਹਦੇ ਉੱਪਰ ਮਿੱਟੀ ਲੱਗ ਜਾਏ, ਇਹਦੇ ਤੇ ਮਲੀਨਤਾ ਆ ਜਾਵੇ, ਪਾਣੀ ਧੋਤਾ ਉਤਰਸ ਖੇਹ। ਹੁਣ ਇਹਨੂੰ ਖੇਹ ਕਹਿਣਾ, ਖੇਹ ਨਹੀਂ ਕਹਿਣਾ। ਬਾਣੀ ਦੇ ਵਿੱਚ ਉਚਾਰਨ ਜਿਹੜਾ ਹੈ ਨਾ ਉਹ ਕਈ ਵਾਰੀ ਪ੍ਰਕਰਨ ਦੇ ਹਿਸਾਬ ਨਾਲ ਹੁੰਦਾ, ਕਈਆਂ ਥਾਵਾਂ ਤੇ ਜਦੋਂ ਮੁਕਤਾ ਸ਼ਬਦ ਆਉਂਦਾ ਹੈ ਉਹਦਾ ਉਚਾਰਨ ਮੁਕਤਾ ਹੀ ਕਰੀਦਾ ਹੈ, ਨਾਲ ਆਪਣੇ ਕੋਲੋਂ ਕੋਈ ਲਗਾ ਮਾਤਰਾ ਦਾ ਉਚਾਰਨ ਨਹੀਂ ਹੁੰਦਾ। ਖੇ ਤੇ ਦੇਹ, ਦੇਹ ਤੋਂ ਭਾਵ ਹੈ ਸਰੀਰ, ਤੇ ਖੇ ਤੋਂ ਭਾਵ ਹੈ ਕਿ ਮਲੀਨਤਾ, ਮਿੱਟੀ ਇਤਿਆਦਿਕ ਲੱਗ ਜਾਣੀ। ਹੱਥਾਂ ਨੂੰ ਮਿੱਟੀ ਲੱਗੀ, ਪੈਰਾਂ ਨੂੰ ਲੱਗ ਗਈ, ਸਰੀਰ ਦੇ ਉੱਤੇ ਮਿੱਟੀ ਲੱਗੀ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਬੰਦਾ ਕਰਦਾ ਕਿ ਜਦੋਂ ਮਿੱਟੀ ਲੱਗ ਜੇ, ਪਾਣੀ ਧੋਤਾ ਉਤਰਸ ਖੇ, ਪਾਣੀ ਦੇ ਨਾਲ ਇਹ ਮਿੱਟੀ ਨੂੰ ਧੋ ਦਿੰਦਾ ਹੈ। ਇਸ ਤਰ੍ਹਾਂ ਹੀ ਕਰਦੇ ਆ ਨਾ ਕਿ ਪਾਣੀ ਦੇ ਨਾਲ ਮਿੱਟੀ ਧੋਤੀ ਜਾਂਦੀ, ਹੱਥ ਧੋ ਲਏ, ਪੈਰ ਧੋ ਲਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਪਲੀਤੀ ਦੀ ਗੱਲ ਕਰਦੇ ਨਾ, ਕਿ ਜਿਹਨੂੰ ਕਹਿ ਦਿੰਦੇ ਆ ਕਿ ਬਸ ਇਹ ਜਿਹੜੇ ਨੇ ਹੁਣ ਕੱਲੇ ਪਾਣੀ ਦੇ ਨਾਲ ਨਹੀਂ ਧੋਤੇ ਜਾ ਸਕਦੇ, ਇਹ ਪਲੀਤ ਹੋ ਗਏ, ਇਹਨਾਂ ਨੂੰ ਵਿਸ਼ਟਾ ਲੱਗ ਚੁੱਕੀ ਹੈ, ਇਹਨਾਂ ਨੂੰ ਵਿਸ਼ਟਾ ਦੇ ਨਾਲ ਇਹ ਪਲੀਤੇ ਗਏ ਹਨ। ਮੂਤ ਪਲੀਤੀ ਕੱਪੜ ਹੋਏ, ਵਿਸ਼ਟਾ ਦੇ ਨਾਲ ਇਹ ਪਲੀਤ ਹੋਏ ਨੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਕੱਲੇ ਪਾਣੀ ਦੇ ਨਾਲ ਨਹੀਂ, ਦੇ ਸਾਬੂਨ ਲਈਏ ਉਹ ਧੋਏ। ਹੁਣ ਉਹ ਜਿਹੜਾ ਨਾ, ਇਹਨੂੰ ਉਹ ਨਹੀਂ ਕਹਿਣਾ, ਇੱਥੇ ਊੜਾ ਜਿਹੜਾ ਹੈ ਉਹ ਖੁੱਲੇ ਮੂੰਹ ਦੇ ਨਾਲ ਸਤਿਗੁਰੂ ਮਹਾਰਾਜ ਜਿਹੜਾ ਹੋੜੇ ਦੀ ਆਵਾਜ਼ ਦੇ ਕੇ ਇਹ ਊੜਾ ਉਚਾਰਨ ਹੁੰਦਾ ਹੈ, ਉਹ ਧੋਏ। ਇੱਥੇ ਉਹ ਦੇ ਅਰਥ ਨੇ ਕਿ ਜਿਹੜਾ ਦੇ ਸਾਬੁਨ ਲਈਏ ਉਹ ਧੋਏ, ਉਹ ਤੋਂ ਭਾਵ ਇੱਥੇ ਮੂਤ ਪਲੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿਵੇਂ ਪਹਿਲੋਂ ਆਖਿਆ ਨਾ ਕਿ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ, ਜੇਕਰ ਕੱਪੜੇ ਪਲੀਤ ਹੋ ਜਾਂਦੇ ਆ ਤੇ ਉਹਨੂੰ ਸਾਬੂਨ ਦੇ ਨਾਲ, ਦੇ ਸਾਬੂਨ ਲਈਏ ਉਹ ਧੋਏ। ਹੁਣ ਸਾਬਨ ਨਹੀਂ ਇੱਥੇ ਉਚਾਰਨ ਕਰਨਾ, ਸਾਬੂਨ ਕਹਿਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਲੀਤ ਹੋਏ ਕੱਪੜੇ, ਮਲ ਮੂਤਰ ਲੱਗੇ ਹੋਏ ਕੱਪੜੇ ਜਿਹੜੇ ਨੇ, ਉਹਨੂੰ ਸਾਫ਼ ਕਰਨ ਵਾਸਤੇ ਸਾਬਣ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਇੱਥੇ ਥੋੜਾ ਜਿਹਾ ਰੁਕ ਕੇ ਆਪਾਂ ਵਿਚਾਰ ਕਰਨੀਏ ਕਿ ਦੇਖੋ ਬਹੁਤ ਸਾਰੇ ਐਸੇ ਧਰਮ ਸੀ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਵਿਤਕਰੇ ਪਾ ਕੇ ਰੱਖ ਦਿੱਤੇ, ਜਿਹੜੇ ਇਹ ਆਖਦੇ ਸੀ ਕਿ ਸਭ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਬ੍ਰਾਹਮਣ ਹੈ। ਖੱਤਰੀ ਜਿਹੜਾ ਹੈ ਉਹ ਦੂਸਰੇ ਨੰਬਰ ਤੇ ਰੱਖਿਆ, ਵੈਸ਼ ਨੂੰ ਤੀਸਰੇ ਤੇ ਸ਼ੂਦਰ ਨੂੰ ਚੌਥੇ ਨੰਬਰ ਤੇ ਰੱਖਿਆ। ਤੇ ਇਹਨਾਂ ਚਾਰਾਂ ਦੇ ਵਿੱਚ ਇਸਤਰੀ ਭਾਵੇਂ ਖੱਤਰੀ ਜਾਤ ਵਿੱਚ ਹੋਵੇ, ਭਾਵੇਂ ਬ੍ਰਾਹਮਣ ਜਾਤ ਵਿੱਚ ਹੋਵੇ, ਉੱਥੇ ਫਿਰ ਉਹਨਾਂ ਨੇ ਆਖ ਦਿੱਤਾ ਕਿ ਜੇਕਰ ਔਰਤ ਕੋਈ ਗੁਨਾਹ ਕਰ ਲੈਂਦੀ ਹੈ ਨਾ ਤੇ ਉਸ ਦੇ ਗੁਨਾਹ ਦੀ ਸਜ਼ਾ ਜਿਹੜੀ ਹੈ ਉਹਨੂੰ ਭੁਗਤਣੀ ਪੈਂਦੀ। ਜੇਕਰ ਗੁਨਾਹ ਬਖਸ਼ਾਉਣਾ ਹੈ ਉਹਦੇ ਵਾਸਤੇ ਫਿਰ ਉਹਨੂੰ ਮਰਦ ਦਾ ਜਨਮ ਲੈਣਾ ਪਏਗਾ, ਤਾਂ ਉਹਦਾ ਗੁਨਾਹ ਬਖਸ਼ਿਆ ਜਾਏਗਾ। ਗੱਲ ਨੂੰ ਸਮਝਿਓ ਕਿ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕਿਹੜੀ ਗੱਲ ਆਖਦੇ ਪਏ ਨੇ। ਦੂਸਰੇ ਧਰਮਾਂ ਵਾਲੇ ਕਹਿੰਦੇ ਨੇ ਕਿ ਔਰਤ ਗੁਨਾਹ ਕਰਦੀ ਹੈ ਤੇ ਉਹ ਬਖਸ਼ੀ ਨਹੀਂ ਜਾ ਸਕਦੀ, ਉਹਨੂੰ ਸਜ਼ਾ ਭੁਗਤਣੀ ਪਏਗੀ। ਪਰ ਜੇਕਰ ਔਰਤ ਜਿਹੜੀ ਹੈ ਉਹ ਮਰਦ ਦਾ ਰੂਪ ਧਾਰਨ ਕਰ ਲੇ ਤੇ ਫਿਰ ਕੋਈ ਨਾ ਕੋਈ ਹੀਲਾ ਵਸੀਲਾ ਹੋ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ, ਦੇਖੋ ਉਦਾਹਰਨ ਮਹਾਰਾਜ ਨੇ ਕੀ ਦਿੱਤੀ ਕਿ ਮਹਾਰਾਜ ਜੀ ਨੇ ਉਦਾਹਰਨ ਕੀ ਦਿੱਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੇਖੋ ਕੱਪੜਾ ਮਲੀਨ ਹੋ ਜਾਏ ਤੇ ਸਾਬਣ ਨੂੰ ਲੈ ਕੇ ਉਹਨੂੰ ਧੋਣਾ ਸ਼ੁਰੂ ਕਰੋ। ਕਦੀ ਕੱਪੜੇ ਨੇ ਇਹ ਆਖਿਆ ਹੈ
ਕਿ ਜਿਹੜਾ ਆ ਮੈਂ ਕੱਪੜਾ ਧੋਣ ਲੱਗਾ ਇਹ ਇਸਤਰੀ ਦਾ ਹੈ ਕਿ ਪੁਰਸ਼ ਦਾ? ਮੈਂ ਤੇ ਮੈਲ ਕੇਵਲ ਪੁਰਸ਼ ਦੇ ਮਰਦ ਦੇ ਕੱਪੜਿਆਂ ਤੋਂ ਲਾਉਣੀ ਏ, ਕਿ ਮੈਂ ਮੈਲ ਜਿਹੜੀ ਹੈ ਕੇਵਲ ਮਰਦ ਦੇ ਕੱਪੜਿਆਂ ਤੋਂ ਲਾਉਣੀ, ਇਸਤਰੀ ਦੇ ਕੱਪੜੇ ਮੈਂ ਨਹੀਂ ਧੋਵਾਂਗਾ। ਉਹ ਇੱਕੋ ਜਿਹਾ ਬਰਾਬਰਤਾ ਦੀ ਗੱਲ ਉੱਥੇ ਕਰਦਾ ਹੈ। ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ, ਉਹਨਾਂ ਨੇ ਬੇਨਤੀ ਇੱਕ ਕਹੀ, ਇੱਕ ਸੰਗਤ ਦੇ ਵਿੱਚ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਲੰਗਰ ਦੇ ਪਕਾਉਣ ਦੀ ਸੇਵਾ ਕਰਨੀ ਹੈ, ਤੇ ਜਿਨ੍ਹਾਂ ਭੈਣਾਂ ਨੇ ਸੇਵਾ ਕਰਨੀ ਉਹ ਕਿਰਪਾ ਕਰਕੇ ਥੱਲੇ ਲੰਗਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਦੇਖੋ, ਦੂਜਾ ਗੱਲ ਕਿ ਜਦੋਂ ਅਸੀਂ ਸਾਬਣ ਦੇ ਨਾਲ ਕੱਪੜਾ ਧੋਨੇ ਆ, ਸਾਬਣ ਨੂੰ ਕੇਵਲ ਧੋਣ ਵਾਸਤੇ ਵਰਤਦੇ ਹਾਂ, ਉਹਨੂੰ ਅਸੀਂ ਖਾਂਦੇ ਨਹੀਂ, ਉਹਨੂੰ ਅਸੀਂ ਖਾਣ ਦੇ ਵਿੱਚ ਨਹੀਂ ਵਰਤ ਸਕਦੇ, ਕੇਵਲ ਉਹਨੂੰ ਸਾਫ਼ ਸਫਾਈ ਵਿੱਚ ਵਰਤਦੇ ਪਏ ਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਭਰੀਆ, ਇੱਥੇ ਭਰੀਏ ਨਹੀਂ ਕਹਿਣਾ, ਐੜੇ ਨੂੰ ਦੁਲਾਵਾ ਹੈ। ਭਰੀਐ ਮਤ ਪਾਪਾਂ ਕੈ ਸੰਗ। ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਮਤ ਜਿਹੜੀ ਆ ਨਾ ਇਹ ਪਾਪਾਂ ਦੇ ਨਾਲ ਭਰ ਜਾਂਦੀ, ਇੱਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦੇਖੋ, ਜਿੱਦਣ ਮਤ ਸ਼ੁੱਧ ਹੋ ਜਾਏ, ਮਤ ਸਪਸ਼ਟ ਹੋ ਜਾਏ, ਮਤ ਜਿਹੜੀ ਹੈ ਉਹ ਮੈਲੀ ਨਾ ਰਵੇ, ਤੇ ਮਨ ਜਿਹੜਾ ਮੈਲਾ ਹੈ ਇਹ ਫਿਰ ਫੁਰਨੇ ਵੀ ਬਣਾਏਗਾ ਤੇ ਮਤ ਉਹਨੂੰ ਕੱਟ ਦਿੰਦੀ ਆ। ਜਿਵੇਂ ਦੇਖ ਲੋ ਕਿ ਕੋਈ ਵਾਰੀ ਕੋਈ ਕਲਰਕ ਜਿਹੜਾ ਹੈ ਉਹ ਰਿਸ਼ਵਤਖੋਰੀ ਕਰਦਾ ਹੈ। ਕਲਰਕ ਨੂੰ ਮੰਨ ਕੇ ਦੇਖੋ, ਕਲਰਕ ਜਿਹੜਾ ਉਹਨੇ ਰਿਸ਼ਵਤ ਲਈ, ਉਹਨੇ ਗਲਤ ਫਾਈਲਾਂ ਜਿਹੜੀਆਂ ਸੀ ਉਹ ਵੀ ਅੱਗੇ ਅਫਸਰ, ਗਜ਼ਟਡ ਅਫਸਰ ਦੇ ਅੱਗੇ ਲਿਜਾ ਕੇ ਰੱਖ ਦਿੱਤੀਆਂ। ਹੁਣ ਜਿਹੜਾ ਗਜ਼ਟਡ ਅਫਸਰ ਹੈ ਉਹ ਮਾਤੇ, ਤੇ ਜਿਹੜਾ ਕਲਰਕ ਸੀ ਉਹ ਮਾਨਿਆ, ਮਨ ਨੇ ਫੁਰਨਾ ਬਣਾਇਆ। ਉਹਨੇ ਕਿਹਾ ਕਿ ਆ ਵੀ ਕੰਮ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ ਹੈ। ਉਹਨੇ ਫੁਰਨੇ ਬਣਾ ਕੇ ਗਲਤ ਫਾਈਲਾਂ ਇਕੱਠੀਆਂ ਕੀਤੀਆਂ ਤੇ ਜਦੋਂ ਜਾ ਕੇ ਅੱਗੇ ਮੱਤ ਦੇ ਅੱਗੇ ਰੱਖ ਦਿੱਤੀਆਂ, ਅੱਗੇ ਆਪਣੇ ਤੋਂ ਵੱਡੇ ਅਫਸਰ ਦੇ ਅੱਗੇ ਰੱਖੀਆਂ, ਤੇ ਮੱਤ ਨੇ ਅੱਗੇ ਫਾਈਲਾਂ, ਜੇ ਤਾਂ ਮੱਤ ਮਲੀਨ, ਉਹਨੇ ਕਹਿਣਾ ਸੀ ਜੇ ਤੂੰ ਕੁਝ ਲਿਆ ਤੇ ਮੈਨੂੰ ਦੇ, ਮੈਂ ਸਾਰਾ ਕੁਝ ਲੰਘਾ ਦੇਣਾ ਹੈ। ਪਰ ਜੇ ਮਤ ਉੱਚੀ ਹੈ, ਮਤ ਸੁੱਚੀ ਹੈ, ਮਤ ਵਿਵੇਕ ਬੁੱਧ ਦੀ ਧਾਰਨੀ ਹੈ, ਫਿਰ ਮਤ ਆਖੇਗੀ ਦੇਖ ਮਨਾ, ਤੂੰ ਤੇ ਲੇਖਾ ਦੇਣਾ ਪਰ ਮੇਰੇ ਉੱਪਰ ਉਹਦਾ ਹੁਕਮ ਚੱਲਦਾ ਹੈ, ਲੇਖੇ ਵਿੱਚ ਮੈਂ ਵੀ ਪੈ ਜਾਣਾ, ਇਸ ਕਰਕੇ ਗਲਤ ਕੰਮ ਕੋਈ ਨਹੀਂ ਕਰਨਾ। ਅਰਦਾਸ ਅਸੀਂ ਰੋਜ਼ ਕਰਦੇ ਆ ਨਾ, ਤੇ ਅਰਦਾਸ ਦੇ ਵਿੱਚ ਅਸੀਂ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ 7 ਦਾਨ ਮੰਗਦੇ ਆ। ਉਹਦੇ ਚ ਇੱਕ ਉੱਤਮ ਮਤ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਇਹ 7 ਦਾਨ ਨੇ। ਉਹਦੇ ਵਿੱਚ ਵਿਵੇਕ ਦਾਨ ਜਿਹੜਾ ਹੈ ਉਹ ਹੈ ਉੱਚੀ ਮੱਤ ਦਾ ਦਾਨ। ਜਾਂ ਅਸੀਂ ਅਰਦਾਸ ਕਰਦੇ ਆਖਦੇ ਆ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਹੁਣ ਮਨ ਜਿਹੜਾ ਹੈ ਉਹ ਨੀਵਾਂ ਰੱਖਣਾ ਹੈ ਤੇ ਮੱਤ ਨੂੰ ਉੱਚੀ ਰੱਖਣਾ। ਉੱਚੀ ਤੋਂ ਭਾਵ ਕਿ ਮੱਤ ਜੇਕਰ ਸਿਆਣੀ ਹੋਏਗੀ ਤਾਂ ਉਹ ਗਲਤ ਕੰਮ ਮਨ ਦਾ ਹੋਣ ਨਹੀਂ ਦੇਗੀ, ਤੇ ਜੇ ਮਨ ਦੇ ਫੁਰਨੇ ਗਲਤ ਪੂਰੇ ਨਹੀਂ ਨਾ ਹੋਣਗੇ ਤੇ ਉਹ ਪਾਪ ਦਾ ਹਿੱਸਾ ਕਦੀ ਨਹੀਂ ਬਣਨਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਰੀਏ ਮੱਤ ਪਾਪਾਂ ਕੇ ਸੰਗ। ਇੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮਨ ਪਾਪਾਂ ਦੇ ਨਾਲ ਭਰਿਆ, ਮਹਾਰਾਜ ਕਹਿੰਦੇ ਨੇ ਮੱਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਭਰੀ ਗਈ। ਜਿਹਨੂੰ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮਾਂ ਦੀ ਮਲ ਜਿਹੜੀ ਹੈ ਮੱਤ ਨੂੰ ਲੱਗੀ ਹੋਈ ਹੈ। ਇਹ ਮਨ ਹੁਣ ਸਿਆਹ ਹੋ ਗਿਆ, ਇਹਨੇ ਇੰਨੇ ਕੁ ਗਲਤ ਕੰਮ ਕੀਤੇ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਤੋਵਨ ਪਾਹੋ। ਜੇ ਖਨਲੀ ਤੋਂ ਭਾਵ ਹੁੰਦਾ ਸੀ ਕਿ ਕੋਲੂ ਨੂੰ ਜਦੋਂ ਤੇਲ ਕੱਢਣਾ ਕੋਲੂ ਦਾ, ਤੇ ਕੋਲੂ ਵਾਲੇ ਕੋਲ ਕਿਸੇ ਨੇ ਸਰੋਂ ਲੈ ਕੇ ਜਾਣੀ, ਉਹਨੇ ਕਹਿਣਾ ਸਰੋਂ ਦਾ ਤੇਲ ਕੱਢ ਦੇ। ਕਿਸੇ ਨੇ ਤਿਲ ਲੈ ਕੇ ਜਾਣੇ, ਉਹਨੇ ਕਹਿਣਾ ਤਿਲਾਂ ਦਾ ਕੱਢੂ। ਉਹਨੇ ਕਹਿਣਾ ਅਜੇ ਹੁਣੇ ਮੈਂ ਸਰੋਂ ਦਾ ਕੱਢਿਆ, ਮੈਨੂੰ ਕੋਲੂ ਸਾਫ਼ ਤੇ ਕਰ ਲੈਣ ਦੋ। ਉਹਨੇ ਇੱਕ ਲੀਰ ਕੱਪੜਾ ਰੱਖਿਆ ਹੋਣਾ, ਉਹਦੇ ਨਾਲ ਉਹਨੇ ਕੱਪੜੇ ਨਾਲ ਕੋਲੂ ਨੂੰ ਸਾਫ਼ ਕਰ ਲੈਣਾ। ਉੱਥੇ ਜਿੱਥੋਂ ਤੇਲ ਕੱਢਣਾ ਉਹਦੇ ਗਲੇ ਨੂੰ ਉਹਨੇ ਸਾਫ਼ ਕਰਨਾ ਕਿ ਤੇਲ ਜਿਹੜਾ ਹੈ ਉਹ ਰਲ ਨਾ ਜਾਵੇ। ਹੁਣ ਤਿਲਾਂ ਦਾ ਕੱਢਣਾ ਹੈ, ਪਹਿਲੋਂ ਮੈਂ ਸਰੋਂ ਦਾ ਕੱਢਿਆ, ਇੱਕ ਦੂਜੇ ਨੂੰ ਮਿਕਸ ਨਾ ਹੋਣ, ਇਸ ਕਰਕੇ ਉਹਨੇ ਇੱਕ ਲੀਰ ਦੇ ਨਾਲ ਉਹਨੂੰ ਸਾਫ਼ ਕਰਨਾ। ਤੇ ਜੇ ਕੋਈ ਬਾਹਰੋਂ ਹੋਰ ਕੋਈ ਆ ਕੇ ਕਵੇ ਜੀ ਆ ਵੜੇਵਿਆਂ ਦੀ ਖਲ ਬਣਾਉਣੀ ਆ, ਇਹਨੂੰ ਵੀ ਕੱਢ ਦੇ ਕੋਲੂ ਦੇ ਵਿੱਚੋਂ, ਤੇ ਉਹਨੇ ਫਿਰ ਉਸੇ ਹੀ ਲੀਰ ਦੇ ਨਾਲ, ਲੀਰ ਨਹੀਂ ਬਦਲਣੀ, ਲੀਰ ਇੱਕੋ ਦੇ ਨਾਲ ਕੋਲੂ ਨੂੰ ਬਾਰ-ਬਾਰ ਸਾਫ਼ ਕਰਨਾ।
ਹੁਣ ਇੱਕ ਤਾਂ ਤੇਲ ਲੱਗਿਆ ਹੋਣਾ ਉਹਨੂੰ, ਤੇ ਇੱਕ ਲੀਰ ਨੂੰ ਧੋਣਾ ਨਾ, ਬਾਰ-ਬਾਰ ਸਾਫ਼ ਕਰ ਕਰਕੇ ਉਹ ਲੀਰ ਇੰਨੀ ਕੁ ਤੇਲ ਦੇ ਨਾਲ ਮੈਲੀ ਹੋ ਜਾਣੀ। ਸੱਚੇ ਪਾਤਸ਼ਾਹ ਮਹਾਰਾਜ ਉਦਾਹਰਨ ਦਿੰਦੇ ਨੇ, ਖੰਨਲੀ ਧੋਤੀ, ਉਹ ਕੱਪੜੇ ਨੂੰ ਜੇ ਧੋਣ ਦੀ ਕੋਸ਼ਿਸ਼ ਕਰੋ ਉਜਲੀ ਨਾ ਹੋਵੇ, ਉਹ ਫਿਰ ਉਜਲੀ ਨਹੀਂ ਹੁੰਦੀ, ਉਹ ਸਾਫ਼ ਨਹੀਂ ਹੁੰਦੀ, ਉਹ ਚਿੱਟੀ ਨਹੀਂ ਹੋ ਸਕਦੀ। ਹੈ ਭਾਵੇਂ ਪਹਿਲੋਂ ਚਿੱਟੀ ਸੀ, ਪਰ ਮੈਲ ਹੀ ਇੰਨੀ ਕੁ ਹੋ ਗਈ, ਹੁਣ ਉਹ ਮੈਲ ਜਿਹੜੀ ਹੈ ਉਹ ਨਿਕਲਦੀ ਨਹੀਂ ਪਈ। ਪਰ ਭਾਈ ਵੀਰ ਸਿੰਘ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਨੇ। ਉਹਨਾਂ ਨੇ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਕਿ ਇੱਕ ਦਿਨ ਨਾ ਮੈਂ ਕੋਲੇ ਨੂੰ ਦੇਖਿਆ, ਮੱਤ ਮੈਲੀ, ਤੇ ਮੱਤ ਨੂੰ ਉਜਲਾ ਕਿਵੇਂ ਕਰਨਾ ਹੈ। ਹੁਣ ਉਜਲਾ ਤਾਂ ਮੱਤ ਹੋਵੇਗੀ ਜੇਕਰ ਉਜਲੇ ਦੇ ਨਾਲ ਜੁੜ ਜਾਏਗੀ। ਜਿਹੜਾ ਆਪ ਉਜਲ ਹੈ, ਜਿਹੜਾ ਆਪ ਦਾਗ ਤੋਂ ਰਹਿਤ ਹੈ, ਜਿਹੜਾ ਆਪ ਮੈਲ ਤੋਂ ਰਹਿਤ, ਜੇਕਰ ਉਹਦੇ ਨਾਲ ਮੱਤ ਜੁੜੇਗੀ ਤਾਂ ਮੱਤ ਉਜਲੀ ਹੋਵੇਗੀ। ਜੇਕਰ ਮੱਤ ਵਿਕਾਰਾਂ ਦੇ ਨਾਲ ਜੁੜੇਗੀ ਤੇ ਮੱਤ ਮੈਲੀ ਹੋ ਜਾਵੇਗੀ। ਭਾਈ ਵੀਰ ਸਿੰਘ ਉਹਨਾਂ ਨੇ ਉਦਾਹਰਨ ਦਿੱਤੀ। ਉਹ ਕਹਿਣ ਲੱਗੇ ਕਿ ਇੱਕ ਦਿਨ ਮੈਨੂੰ ਕੋਲਾ ਮਿਲਿਆ, ਤੇ ਮੈਂ ਕੋਲੇ ਨੂੰ ਜਦੋਂ ਦੇਖਿਆ ਸੀ ਪਹਿਲਾਂ ਤੇ ਬੜਾ ਸੋਹਣਾ ਲੱਗਦਾ ਸੀ, ਲਾਲ ਇਹਦਾ ਭਖਦਾ ਹੋਇਆ ਰੰਗ ਸੀ। ਪਰ ਅੱਜ ਕੋਲੇ ਨੂੰ ਦੇਖਿਆ ਤੇ ਮੇਰੇ ਮਨ ਚ ਆਇਆ ਕਿ ਇਹਨੂੰ ਸਾਫ਼ ਕਰਾਂ, ਇਹਦੀ ਕਾਲਖ ਖਤਮ ਕਰ ਦਵਾਂ। ਭਾਈ ਵੀਰ ਸਿੰਘ ਉਹਨਾਂ ਨੇ ਕਹਿੰਦੇ ਮੈਂ ਕੋਲੇ ਨੂੰ ਸਾਬਣ ਦੇ ਨਾਲ ਧੋਣਾ ਸ਼ੁਰੂ ਕਰ ਦਿੱਤਾ। ਮੈਂ ਸਾਬਣ ਦੇ ਨਾਲ ਬਹੁਤ ਕੋਲੇ ਨੂੰ ਰਗੜਿਆ, ਪਰ ਉਹ ਕੋਲੇ ਦੀ ਕਾਲਖ ਨਿਕਲਦੀ ਗਈ, ਪਰ ਉਹ ਕੋਲਾ ਲਾਲ ਨਹੀਂ ਹੋਇਆ, ਕਾਲੇ ਦਾ ਕਾਲਾ ਰਿਹਾ। ਫਿਰ ਕਹਿੰਦੇ ਮੈਂ ਸੋਚਿਆ ਕਿ ਇਹਨੂੰ ਦੁੱਧ ਵਿੱਚ ਪਾ ਕੇ ਧੋ ਦਵਾਂ, ਇਹਦੀ ਸ਼ਾਇਦ ਕਾਲਖ ਲੱਥ ਜਾਏ। ਮੈਂ ਦੁੱਧ ਵਿੱਚ ਪਾਇਆ, ਫਿਰ ਦਹੀਂ ਵਿੱਚ ਪਾ ਕੇ ਇਹਨੂੰ ਕੋਲੇ ਦਾ ਇਸ਼ਨਾਨ ਕਰਾਇਆ, ਉਹਨੂੰ ਰਗੜਿਆ, ਉਹਨੂੰ ਮਲਿਆ, ਉਹ ਫਿਰ ਕਾਲੇ ਦਾ ਕਾਲਾ। ਕਹਿੰਦੇ ਫਿਰ ਮੈਂ ਖੁੰਭ ਤੇ ਚਾੜ ਦਿੱਤਾ। ਖੁੰਭ ਤੋਂ ਭਾਵ ਸੀ ਕਿ ਮੈਂ ਮਿੱਟੀ ਦੇ ਵਿੱਚ ਪਾਇਆ ਰੰਗ ਲਾਲ, ਤੇ ਮੈਂ ਇਸ ਕੋਲੇ ਨੂੰ ਉਸ ਰੰਗ ਦੇ ਵਿੱਚ ਪਾ ਕੇ ਤੇ ਮੈਂ ਉਹਨੂੰ ਤਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਮਿੱਟੀ ਦੇ ਵਿੱਚ ਪਾਇਆ, ਇਹਦੇ ਤੇ ਇਹ ਰੰਗ ਦੀ ਪਾਹ ਚੜ ਜਾਵੇਗੀ। ਕਹਿੰਦੇ ਜਦੋਂ ਮੈਂ ਮਿੱਟੀ ਦੇ ਵਿੱਚੋਂ ਉਹ ਕੋਲੇ ਨੂੰ ਬਾਹਰ ਕੱਢਿਆ, ਉਹ ਫੇਰ ਕਾਲੇ ਦਾ ਕਾਲਾ। ਭਾਈ ਵੀਰ ਸਿੰਘ ਜੀ ਕਹਿੰਦੇ ਫਿਰ ਮੈਂ ਕੋਲੇ ਨੂੰ ਪੁੱਛਿਆ, ਕੋਲਿਆ ਮੈਂ ਤੈਨੂੰ ਸਾਬਣ ਲਾਇਆ, ਮੈਂ ਤੈਨੂੰ ਦੁੱਧ ਵਿੱਚ ਪਾਇਆ, ਤੈਨੂੰ ਦਹੀਂ ਚ ਪਾਇਆ, ਤੈਨੂੰ ਖੁੰਭ ਆਚਾੜ ਕੇ ਰੰਗਣ ਵਾਸਤੇ ਵੀ ਚੜ ਦਿੱਤਾ, ਪਰ ਤੂੰ ਰੰਗ ਕਿਉਂ ਨਹੀਂ ਵਟਾਉਂਦਾ ਪਿਆ। ਉੱਥੇ ਫਿਰ ਕੋਲਾ ਅੱਗੋਂ ਜਿਹੜਾ ਜਵਾਬ ਦਿੰਦਾ, ਭਾਈ ਵੀਰ ਸਿੰਘ ਨੂੰ ਕਵਿਤਾ ਦੇ ਵਿੱਚ ਉਹ ਖਿਆਲ ਲਿਖਦੇ ਆ। ਉਹ ਕਹਿੰਦੇ ਨੇ ਕਿ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚੜ ਰੰਗਨ ਪੀ ਧਰਿਆ, ਰੂਪ ਨਾ ਇਸ ਵਟਾਇਆ, ਵਿਛੜ ਕੇ ਕਾਲਖ ਜੋ ਸੀ ਆਈ, ਬਿਨ ਮਿਲਿਆ ਨਹੀਂ ਰਹਿੰਦੀ। ਅੱਗੋਂ ਕੋਲੇ ਨੇ ਜਵਾਬ ਦਿੱਤਾ, ਕਹਿੰਦਾ ਮੈਂ ਸੋਨਾ ਤੇ ਬੜਾ ਸੀ, ਪਰ ਹੋਇਆ ਐਵੇਂ, ਮੈਂ ਕਾਲਖ ਤਾਂ ਮੇਰੇ ਉੱਤੇ ਆ ਗਈ ਕਿਉਂਕਿ ਮੈਂ ਵਿਛੜ ਚੁੱਕਿਆ ਵਾਂ। ਕਹਿੰਦੇ ਫਿਰ ਹੋਵੇਗਾ ਕਿਵੇਂ ਲਾਲ। ਕਹਿੰਦੇ ਅੱਗ ਅੰਗ ਦੇ ਲਾ ਕੇ ਦੇਖੋ, ਚੜਿਆ ਰੂਪ ਸਪਾਇਆ। ਕਹਿੰਦੇ ਮੈਨੂੰ ਅੱਗ ਦੇ ਵਿੱਚ ਪਾ ਕੇ ਦੇਖ, ਜਿਉਂ ਮੈਨੂੰ ਅੱਗ ਦੇ ਵਿੱਚ ਪਾਏਗਾ ਮੇਰਾ ਰੂਪ ਜਿਹੜਾ ਹੈ ਫਿਰ ਉਸੇ ਤਰ੍ਹਾਂ ਹੋ ਜਾਏਗਾ ਜਿਹੜਾ ਤੂੰ ਪਹਿਲੋਂ ਦੇਖਿਆ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਉਦਾਹਰਨ ਦਿੰਦੇ ਆ ਜੀ। ਗੁਰੂ ਨਾਨਕ ਦੇਵ ਮਹਾਰਾਜ ਇੱਕ ਸਰੋਵਰ ਦੇ ਕੋਲੋਂ ਲੰਘਦੇ ਆ, ਤੇ ਮਹਾਰਾਜ ਨੇ ਦੇਖਿਆ ਕਿ ਸਰੋਵਰ 'ਚ ਪਾਣੀ ਬੜਾ ਸੋਹਣਾ ਵਗਦਾ ਪਿਆ ਸੀ। ਉਸ ਸਰੋਵਰ ਦੇ ਵਿੱਚ ਕਮਲ ਦੇ ਫੁੱਲ ਖਿੜੇ ਹੋਏ ਸੀ। ਉਸ ਕਮਲ ਦੇ ਫੁੱਲਾਂ ਦੇ ਉੱਤੇ ਭਵਰੇ ਜਿਹੜੇ ਸੀ ਉਹਦੀਆਂ ਪ੍ਰਕਰਮਾ ਕਰ ਰਹੇ ਸੀ। ਭਵਰੇ ਉਸ ਫੁੱਲ ਤੋਂ ਸੁਗੰਧੀ ਲੈਂਦੇ ਪਏ ਸੀ। ਭਵਰੇ ਉਸ ਫੁੱਲ ਤੇ ਉੱਤੋਂ ਕੋਮਲਤਾ ਦਾ ਅਹਿਸਾਸ ਲੈਂਦੇ ਸੀ। ਭੋਰੇ ਜਿਹੜੇ ਸੀ ਉਹ ਕਮਲ ਦੇ ਫੁੱਲ ਦਾ ਰਸ ਚੂਸਦੇ ਪਏ ਸੀ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਖੜ ਕੇ ਮਹਾਰਾਜ ਥੋੜਾ ਚਿਰ ਬੈਠੇ, ਗੁਰੂ ਨਾਨਕ ਦੇਵ ਮਹਾਰਾਜ ਚਲੇ ਗਏ। ਸੱਚੇ ਪਾਤਸ਼ਾਹ ਮਹਾਰਾਜ ਫਿਰ ਕੁਝ ਸਮੇਂ ਬਾਅਦ ਜਦੋਂ ਪਰਤ ਕੇ ਵਾਪਸ ਆਏ ਨਾ, ਤੇ ਉਹ ਦੇਖਿਆ ਕਿ ਉਸ ਜਿਹੜਾ ਸਰੋਵਰ ਸੀ ਨਾ, ਪਾਣੀ ਦਾ ਤਲਾਬ ਸੀ, ਉਹ ਬਿਲਕੁਲ ਕਾਲਾ ਹੋ ਚੁੱਕਿਆ ਸੀ, ਸੁੱਕ ਚੁੱਕਿਆ ਸੀ, ਬਦਬੂ ਉਹਦੇ ਵਿੱਚ ਆਉਂਦੀ ਪਈ ਸੀ। ਜਿਹੜਾ ਕਮਲ ਐ ਖਿੜਿਆ ਹੋਇਆ ਭੌਰਿਆਂ ਨੂੰ ਖਿੱਚਦਾ ਪਿਆ ਸੀ ਆਪਣੇ ਵਾਲੇ ਪਾਸੇ, ਹੁਣ ਉੱਥੇ ਨਾ ਤੇ ਕੋਈ ਉਹਦੇ ਤੇ ਸੁੰਦਰਤਾ, ਨਾ ਸੁਹੱਪਨ, ਨਾ ਸੁਗੰਧੀ, ਨਾ ਕੋਈ ਭੌਰਾ ਲਾਗੇ ਛਾਗੇ ਪ੍ਰਕਰਮਾ ਕਰਦਾ ਦਿਸਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਇਹ ਵਾਰਾਂ ਤੇ ਵਧੇਕ ਚ ਮਹਾਰਾਜ ਜੀ ਦੀ ਬਾਣੀ ਦਰਜ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਓਹੇ, ਕਾਲੀ ਹੋਈਆ ਦੇਹਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਪੱਬਰ, ਹੇ ਤਲਾਬ, ਤੈਨੂੰ ਕੀ ਦੁੱਖ ਲੱਗਿਆ, ਤੂੰ ਬਿਲਕੁਲ ਸੜ ਕੇ ਕਾਲਾ ਹੋ ਗਿਆ।
ਇਹ ਕਮਲ ਦੇ ਫੁੱਲ ਤੇਰੀ ਕਾਇਆ ਕੰਚਨ ਵਰਗੀ ਸੋਨੇ ਵਰਗੀ ਸੋਹਣੀ ਲੱਗਦੀ ਸੀ, ਤੂੰ ਮੁਰਝਾ ਕਿਉਂ ਗਿਆ? ਤੇ ਕਹਿੰਦੇ ਕਮਲ ਨੇ ਅੱਗੋਂ ਜਵਾਬ ਦਿੱਤਾ ਸੀ, ਜਾਣਾ ਪਾਣੀ ਨਾ ਰਹਾ ਜੈ ਸੇਤੀ ਮੇਰਾ ਸੰਗ। ਕਹਿੰਦੇ ਅਸਲ ਦੇ ਵਿੱਚ ਮੈਂ ਤਾਂ ਇਵੇਂ ਦਾ ਹੋ ਗਿਆ ਕਿ ਪਹਿਲੋਂ ਦਰਿਆ ਦਾ ਪਾਣੀ ਆਉਂਦਾ ਸੀ ਤੇ ਉਹ ਮੇਰੇ ਵਿੱਚੋਂ ਦੀ ਲੰਘ ਕੇ ਚਲੇ ਜਾਂਦਾ ਸੀ, ਪਰ ਸਮੇਂ ਦੀਆਂ ਹਨੇਰੀਆਂ ਆਈਆਂ, ਉਹਨਾਂ ਨੇ ਧੂੜ ਮਿੱਟੀ ਉਡਾਈ, ਜਿਹੜੇ ਪਾਸਿਓਂ ਪਾਣੀ ਆਉਂਦਾ ਸੀ ਨਾ ਉਸ ਪਾਸੇ ਉਹਨਾਂ ਨੇ ਜਿਵੇਂ ਬੰਨ ਲਾ ਦਿੱਤਾ ਹੋਵੇ, ਪਾਣੀ ਆਉਣੋਂ ਰੁਕ ਗਿਆ। ਜਿਹੜਾ ਪਹਿਲਾ ਪਾਣੀ ਸੀ ਉਹਨੇ ਬਦਬੂ ਮਾਰਨੀ ਸ਼ੁਰੂ ਕਰ ਦਿੱਤੀ, ਉਹ ਹੌਲੀ ਹੌਲੀ ਪਾਣੀ ਸੁੱਕਿਆ, ਜਿਉਂ-ਜਿਉਂ ਪਾਣੀ ਸੁੱਕਿਆ ਤਿਉਂ-ਤਿਉਂ ਕਮਲ ਦਾ ਫੁੱਲ ਵੀ ਸੁੱਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਕਾਰਨ ਆ ਕਿ ਜਦੋਂ ਅਸੀਂ ਗੁਰੂ ਤੋਂ ਟੁੱਟਦੇ ਆ, ਜਦੋਂ ਅਸੀਂ ਗੁਰਦੁਆਰਾ ਛੱਡ ਦਿੰਨੇ ਆ, ਜਦੋਂ ਅਸੀਂ ਨਿਤਨੇਮ ਛੱਡ ਦਿੰਨੇ ਆ, ਜਦੋਂ ਅਸੀਂ ਸੰਗਤ ਕਰਨੀ ਛੱਡ ਦਿੰਨੇ ਆ, ਫਿਰ ਇਹ ਐਵੇਂ ਆ ਕਿ ਜਿਵੇਂ ਸਮੇਂ ਦੀ ਹਨੇਰੀ ਵਗੀ, ਜਿਨੇ ਸਾਨੂੰ ਇੰਨਾ ਕੁ ਜ਼ਿੰਦਗੀ 'ਚ ਮਸਰੂਫ ਕਰ ਦਿੱਤਾ ਕਿ ਅਸੀਂ ਗੁਰਦੁਆਰੇ ਤੋਂ ਟੁੱਟੇ ਤੇ ਜਿਹੜਾ ਪਾਣੀ ਆਉਂਦਾ ਜਾਂਦਾ ਸੀ ਬਾਣੀ ਰੂਪ ਦੇ ਵਿੱਚ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਆਉਂਦਾ ਨਹੀਂ ਪਿਆ ਤੇ ਖਲੋਤਾ ਹੋਇਆ ਪਾਣੀ ਜਿਹੜਾ ਹੈ ਉਹ ਬਦਬੂ ਮਾਰਦਾ ਪਿਆ ਏ। ਤੇ ਇਹ ਬਦਬੂ ਜਿਹੜੀ ਹੈ ਇਹਨੂੰ ਸਤਿਗੁਰੂ ਮਹਾਰਾਜ ਆਖਦੇ ਪਏ ਨੇ, ਭਰੀਐ ਮਤ ਪਾਪਾਂ ਕੇ ਸੰਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਤ ਐਵੇਂ ਮਲੀਨ ਹੁੰਦੀ ਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਉਂਕਿ ਪਾਪ ਕੀਤੇ ਗਏ, ਗੁਰਦੁਆਰੇ ਆ ਕੇ ਤਾਂ ਸੋਝੀ ਮਿਲਣੀ ਸੀ ਨਾ, ਤੇ ਜਦੋਂ ਕੋਈ ਗੁਰੂ ਘਰ ਨਹੀਂ ਆਇਆ, ਸੰਗਤ ਵਿੱਚ ਨਹੀਂ ਬੈਠਿਆ, ਸੁਣ ਕੇ ਕੁਝ ਨਹੀਂ ਗਿਆ, ਨਾਲ ਲੈ ਕੇ ਗੁਰੂ ਘਰੋਂ ਸਿੱਖਿਆ ਕੋਈ ਨਹੀਂ ਗਿਆ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਮਤ ਜਿਹੜੀ ਸੀ ਉਹ ਮਲੀਨ ਹੁੰਦੀ ਗਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ। ਤੇ ਮਹਾਰਾਜ ਇਹ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਪਈ ਏ, ਇਹਨੂੰ ਸਾਫ਼ ਕਿਵੇਂ ਕਰੀਦਾ ਏ? ਉੱਤੇ ਤਾਂ ਤੁਸੀਂ ਆਖ ਕੇ ਆਏ ਹੋ ਕਿ ਜੇਕਰ ਹੱਥ ਪੈਰ ਗੰਦੇ ਹੋਵਨ, ਮਿੱਟੀ ਲੱਗ ਜਾਏ, ਖੇ ਇਹਨਾਂ ਨੂੰ ਲੱਗੇ, ਮੂਤ ਪਲੀਤੀ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ। ਇਹ ਤਾਂ ਪਾਣੀ ਦੇ ਨਾਲ ਸਾਫ਼ ਹੁੰਦੇ ਨੇ। ਜੇਕਰ ਕੱਪੜੇ ਜਿਹੜੇ ਨੇ ਉਹ ਪਲੀਤ ਹੋ ਜਾਣ, ਮੂਤ ਪਲੀਤੀ ਕੱਪੜ ਹੋਏ, ਫਿਰ ਉਹ ਸਾਬੂਨ ਦੇ ਨਾਲ ਉਜਲੇ ਹੋ ਜਾਂਦੇ ਨੇ। ਮਹਾਰਾਜ ਜੇਕਰ ਮਤ ਮੈਲੀ ਹੋ ਜਾਏ ਤੇ ਫਿਰ ਉਹ ਉਜਲੀ ਕਿਵੇਂ ਹੁੰਦੀ ਹੈ? ਸੱਚੇ ਪਾਤਸ਼ਾਹ ਮਹਾਰਾਜ ਅੱਗੇ ਦੱਸਦੇ ਨੇ, ਕਹਿਣ ਲੱਗੇ ਉਹ ਧੁੱਪ ਹੈ। ਇੱਥੇ ਉਹ ਤੋਂ ਭਾਵ ਹੈ ਕਿ ਜਿਹੜੀ ਮਤ ਹੈ, ਉਹ ਤੋਂ ਭਾਵ ਮਤ, ਉਹ ਧੁੱਪੇ ਨਾਵੇਂ ਕੇ ਰੰਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਨਾਮ ਦੇ ਰੰਗ ਦੇ ਵਿੱਚ, ਇੱਥੇ ਵੈਸੇ ਰੰਗ ਦੇ ਅਰਥ ਪ੍ਰੇਮ ਨੇ। ਬਾਣੀ 'ਚ ਜਦੋਂ ਰੰਗ ਸ਼ਬਦ ਬਹੁਤੀ ਥਾਂ ਤੇ ਆਉਂਦਾ ਨਾ, ਉਹਦੇ ਅਰਥ ਹੁੰਦਾ ਹੈ ਪ੍ਰੇਮ। ਜਦੋਂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਤ ਨੂੰ ਰੰਗੋਗੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮੈਲੀ ਮਤ ਜਿਹੜੀ ਹੈ ਉਜਲੀ ਹੋ ਜਾਂਦੀ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕੱਲਾ ਗੁਰਮਤ ਵਾਲਾ ਨਹੀਂ ਇੱਥੇ ਤਰਦਾ। ਕਈ ਵਾਰੀ ਬੰਦਾ ਸੋਚਦਾ ਨਾ ਕਿ ਮੈਂ ਗੁਰਮਤ ਬਹੁਤੀ ਜਾਣਦਾ, ਮੈਂ ਤਾਂ ਤਰਾਂਗਾ। ਇੱਥੇ ਤਾਂ ਗੁਰੂ ਨਾਨਕ ਦਾ ਤਰਸ ਏ, ਜਿੰਦੇ ਤੇ ਤਰਸ ਕਰਦਾ ਹੈ ਉਹ ਤੇ ਮੈਲਿਆਂ ਨੂੰ ਵੀ ਸੈਕਿੰਡ ਲਾਉਂਦਾ ਜਦੋਂ ਤਾਰਨਾ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ, ਹੁਣ ਦੇਖੋ ਸੱਜਣ ਠਾਕੁਰ ਕਿਹੜੀ ਗੁਰਮਤ ਸੀ, ਪਰ ਸੱਚੇ ਪਾਤਸ਼ਾਹ ਮਹਾਰਾਜ ਗਏ ਇੱਕੇ ਰਾਤ ਦੇ ਵਿੱਚ ਉਹਦੀ ਮਤ ਮੈਲੀ ਨੂੰ ਧੋ ਕੇ ਉਹਨੂੰ ਸੱਜਣ ਠੱਗ ਤੋਂ ਸੱਜਣ ਸੰਤ ਬਣਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਭੂਮੀਏ ਚੋਰ ਦੇ ਕੋਲ ਗਏ। ਮਹਾਰਾਜ ਨੇ ਇੱਕੇ ਸਮੇਂ ਦੇ ਵਿੱਚ ਹੀ ਭੂਮੀਏ ਚੋਰ ਦੀ ਮਤ ਨੂੰ ਧੋ ਕੇ ਉਹਨੂੰ ਭੂਮੀਆ ਸੰਤ ਬਣਾ ਦਿੱਤਾ। ਜਿਹੜਾ ਇਨਸਾਨਾਂ ਨੂੰ ਤਲ ਕੇ ਕੜਾਏ ਦੇ ਵਿੱਚ ਖਾਣ ਵਾਲਾ ਸੀ ਕੌਡਾ ਰਾਕਸ਼, ਮਹਾਰਾਜ ਨੇ ਉਹਦੀ ਮਤ ਧੋ ਕੇ, ਉਹਦੀ ਮਤ ਇੰਨੀ ਕੁ ਧੋ ਦਿੱਤੀ ਕਿ ਕੌਡੇ ਨੂੰ ਸੰਤ ਬਣਾ ਦਿੱਤਾ। ਜਿਸ ਕੜਾਏ 'ਚ ਲੋਕਾਂ ਨੂੰ ਤਲਦਾ ਸੀ, ਉਸੇ ਕੜਾਏ 'ਚ ਹੁਣ ਲੰਗਰ ਬਣਾ ਕਰਕੇ ਲੋਕਾਂ ਨੂੰ ਛਕਾਉਣਾ ਸ਼ੁਰੂ ਕਰ ਦਿੱਤਾ। ਬਾਬਾ ਬਿਧੀ ਚੰਦ ਸਾਹਿਬ ਉਹ ਪਹਿਲਾਂ ਚੋਰੀਆਂ ਕਰਦੇ ਸੀ। ਉਹਨਾਂ ਨੇ ਇੱਕ ਦਿਨ ਮੱਝਾਂ ਚੋਰੀਆਂ ਕੀਤੀਆਂ ਤੇ ਮੱਝਾਂ ਚੋਰੀ ਕਰਕੇ ਜਦੋਂ ਪਿੰਡੋਂ ਨਿਕਲੇ ਤੇ ਪਿੰਡ ਵਾਲੇ ਲੋਕਾਂ ਨੂੰ ਪਤਾ ਲੱਗ ਗਿਆ। ਚੋਲਾ ਤਰਨਤਾਰਨ ਦੇ ਕੋਲ ਇੱਕ ਨਗਰ ਹੈ ਜੀ, ਚੋਲਾ ਸਾਹਿਬ, ਉਥੇ ਬਾਹਰਲੇ ਪਾਸੇ ਬਾਬਾ ਅਦਲੀ ਜੀ ਦਾ ਦਰਬਾਰ ਗੁਰਦੁਆਰਾ ਅੱਜ ਬਣਿਆ ਹੈ। ਬਾਬੇ ਅਦਲੀ ਦੀ ਕੁਟਿਆ ਹੈ ਤੇ ਬਾਬੇ ਅਦਲੀ ਦੀ ਕੁਟਿਆ ਦੇ ਵਿੱਚ ਜਾ ਕੇ ਵੜ ਗਏ। ਕਹਿਣ ਲੱਗੇ ਜੀ ਮੈਨੂੰ ਬਚਾ ਲਓ, ਮੈਂ ਚੋਰ ਆ ਤੇ ਮੈਂ ਮੱਝਾਂ ਚੋਰੀ ਕਰਕੇ ਆਇਆ। ਹੁਣ ਕੌਣ ਜਾਣਦਾ ਸੀ ਕਿ ਇੱਕੋ ਰਾਤ ਦੇ ਵਿੱਚ ਬਾਬੇ ਅਦਲੀ ਨੇ ਬਾਬਾ ਬਿਧੀ ਚੰਦ ਦੀ ਮੱਤ ਧੋ ਕੇ ਰੱਖ ਦੇਣੀ ਤੇ ਗੁਰੂ ਰਾਮਦਾਸ ਦਾ ਉਹਨੂੰ ਸਿੱਖ ਬਣਾ ਦੇਣਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤਖਤ ਦੀ ਸਿਰਜਣਾ ਮਹਾਰਾਜ ਜੀ ਨੇ ਕੀਤੀ ਹੈ ਨਾ, ਅਕਾਲ ਤਖਤ ਸਾਹਿਬ ਜੀ ਦੀ, ਮਹਾਰਾਜ ਨੇ 2 ਤਲਵਾਰਾਂ ਪਹਿਨੀਆਂ।
ਜਿਹਨੂੰ ਨੱਥਾ ਤੇ ਅਬਦੁੱਲਾ ਢਾਡੀ ਨੇ ਆਖਿਆ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਫੌਜ ਬਣਾਉਂਦੇ ਆ ਤੇ ਮਹਾਰਾਜ ਨੇ 5 ਜਰਨੈਲ ਬਣਾਏ, ਤੇ ਉਹਨਾਂ 5 ਜਰਨੈਲਾਂ ਵਿੱਚੋਂ ਸਭ ਤੋਂ ਪਹਿਲਾ ਜਰਨੈਲ ਬਾਬਾ ਬਿਧੀ ਚੰਦ ਸਾਹਿਬ ਸੀ, ਜਿੰਦੀ ਮੱਤ ਕਿਸੇ ਵੇਲੇ ਚੋਰੀਆਂ ਕਰਨ ਵਾਲੇ ਪਾਸੇ, ਪਰ ਗੁਰੂ ਨੇ ਐਸੀ ਮੱਤ ਧੋਤੀ ਕਿ ਉਹਨੇ ਸਿੱਖੀ ਦੇ ਵਾਸਤੇ ਆਪਣਾ ਜੀਵਨ ਨਿਸ਼ਾਵਰ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਐਵੇਂ ਘਾੜਤ ਕੱਢਦੇ ਨੇ ਤੇ ਮਹਾਰਾਜ ਕਹਿੰਦੇ ਨੇ, ਭਰੀਏ ਮੱਤ ਪਾਪਾਂ ਕੇ ਸੰਗ ਉਹ ਧੁੱਪੈ ਨਾਮੇ ਕੇ ਰੰਗ। ਨਾਮ ਦੇ ਪ੍ਰੇਮ ਦੇ ਰੰਗ ਦੇ ਵਿੱਚ ਮੱਤ ਧੁੱਪਦੀ ਆ। ਹੁਣ ਜਿਵੇਂ ਵਿਦਵਾਨ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਦੇਖੋ ਜੀ, ਜਿਵੇਂ ਪਰਾਤ ਜਿਹੜੀ ਵੱਡਾ ਭਾਂਡਾ ਜਿਹੜਾ ਉਹਦੇ ਚ ਮੈਲ ਇਕੱਠੀ ਹੋਈ ਹੋਵੇ ਤੇ ਮੀਂਹ ਜਦੋਂ ਪੈਂਦਾ ਤੇ ਉਹਨੂੰ ਬਾਹਰ ਮੀਂਹ ਦੇ ਵਿੱਚ ਰੱਖ ਦੋ, ਉਹ ਇੱਕਦਮ ਜਦੋਂ ਜ਼ੋਰ ਦਾ ਮੀਂਹ ਪਏਗਾ ਸਭ ਤੋਂ ਪਹਿਲਾਂ ਮੈਲ ਨਿਕਲੇਗੀ ਉਹਦੇ ਵਿੱਚੋਂ, ਜਿਹੜੀ ਜੰਮੀ ਹੋਈ ਮੈਲ ਆ। ਫਿਰ ਮੈਲ ਤੋਂ ਬਾਅਦ ਵਿੱਚ ਉਹਦੇ ਚ ਨਿਰਮਲ ਜਲ ਇਕੱਠਾ ਹੋ ਜਾਏਗਾ। ਗੁਰੂ ਦੁਆਰੇ ਜਦੋਂ ਆਉਂਦੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਮਨ ਦੀ ਜਿਹੜੀ ਹੈ ਉਹ ਮੈਲ ਕੱਟਦੇ ਆ। ਮੈਲ ਕੱਟਣ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜਿਹੜੇ ਮੈਲ ਦੇ ਫੁਰਨੇ ਪੈਦਾ ਮਨ ਕਰਦਾ ਸੀ, ਉਹ ਫੁਰਨਿਆਂ ਨੂੰ ਖਤਮ ਕਰਦੇ ਆ। ਤੇ ਫੁਰਨਿਆਂ ਨੂੰ ਖਤਮ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਮਨ ਨੂੰ ਜੋਤ ਸਰੂਪ ਬਣਾ ਦਿੰਦੇ ਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਤੇ ਪਰਮਾਤਮਾ ਦੀ ਅੰਸ਼ ਬੰਸ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਬਨ ਕੇਵਲ ਕੱਪੜੇ ਧੋ ਸਕਦਾ ਏ, ਉਹ ਖਾਦਾ ਨਹੀਂ ਜਾ ਸਕਦਾ। ਨਾਮ ਮਨ ਨੂੰ ਵੀ ਧੋ ਦਿੰਦਾ ਏ ਤੇ ਮਨ ਨੂੰ ਧੋਣ ਤੋਂ ਬਾਅਦ ਵਿੱਚ ਜੀਵਨ ਨੂੰ ਵੀ ਬਦਲ ਕੇ ਰੱਖ ਦਿੰਦਾ ਏ। ਹੁਣ ਜੇ ਮਨ ਨੂੰ ਬਦਲਣਾ ਕਿਵੇਂ ਆ? ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਪਾਵਨ ਬਾਣੀ ਦੇ ਵਿੱਚ, ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਹੁਣ ਮਲ ਜਾਂਦੀ ਕਿਵੇਂ ਆ? ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕੀਤਿਆਂ ਇਹ ਮਲ ਜਿਹੜੀ ਹੈ ਇਹ ਚਲੇ ਜਾਂਦੀ ਆ। ਦੂਸਰਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਇੱਥੇ ਮਹਾਰਾਜ ਕਹਿੰਦੇ ਨੇ ਪਹਿਲਾ ਤਰੀਕਾ ਹੈ ਕਿ ਨਾਮ ਜਪੋ, ਨਾਮ ਜਪਿਆ ਗੁਣ ਗਾਵਤ ਤੇਰੀ ਉਤਰ ਸਮੈਲ। ਤੇ ਦੂਸਰਾ ਤਰੀਕਾ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਜਪਿਆ, ਜਿਹਨੂੰ ਅਖੀਰ ਤੇ ਅਸੀਂ ਪੜ੍ਹਦੇ ਨਾ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਉਹ ਆਪ ਉਜਲੇ ਮੁਖ ਦੇ ਨਾਲ ਜਾਂਦੇ ਨੇ ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹਨਾਂ ਦੇ ਮੁਖ ਵੀ ਉਜਲ ਹੋ ਜਾਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਇੱਥੇ ਸਾਧੂ ਸੰਗ ਦੀ ਮਹਿਮਾ ਤੋਂ ਭਾਵ ਕਿ ਜਿਨ੍ਹਾਂ ਨੇ ਆਪ ਨਾਮ ਜਪਿਆ, ਜਿਨ੍ਹਾਂ ਨੇ ਨੌ ਦੁਆਰੇ ਸਾਧ ਸਦਾਇਆ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਸੰਗਤ ਕੀਤਿਆਂ ਤੇ ਮਨ ਦੀ ਮੈਲ ਜਿਹੜੀ ਹੈ, ਕੀਤੇ ਹੋਏ ਪਾਪ ਉਹ ਖਤਮ ਹੋ ਜਾਂਦੇ ਨੇ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ। ਇੱਥੇ ਭਰੀਏ ਮਤ ਪਾਪਾਂ ਕੇ ਸੰਗ ਦੇ, ਉੱਥੇ ਮਹਾਰਾਜ ਕਹਿੰਦੇ ਨੇ ਮੈਲ ਖੋਈ, ਮੈਲ ਚਲੇ ਗਈ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਤੇ ਕਹਿੰਦੇ ਚਿੱਤ ਜਿਹੜਾ ਸੀ ਬਿਲਕੁਲ ਨਿਰਮਲ ਹੋ ਗਿਆ। ਤੀਸਰਾ ਢੰਗ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਸੁਣ ਮੈਲ ਗਵਾਏ। ਗੁਰਬਾਣੀ ਪੜੋ, ਗੁਰਬਾਣੀ ਦਾ ਸਹਿਜ ਪਾਠ ਕਰੋ। ਸਿੱਖ ਰਹਿਤ ਮਰਿਆਦਾ ਆਖਦੀ ਏ ਕਿ ਹਰ ਸਿੱਖ ਜਿਹੜਾ ਆਪਣੇ ਜੀਵਨ 'ਚ ਸਹਿਜ ਪਾਠ ਕਰੇ, ਰੋਜ਼ ਕਰੇ, ਤੇ ਜਿੰਨੀ ਦੇਰ ਤੱਕ ਜਿਉਂਦਾ ਏ ਉਨੀ ਦੇਰ ਤੱਕ ਸਹਿਜ ਪਾਠ ਰੋਜ਼ ਕਰਦਾ ਰਹੇ। ਇਹ ਨਹੀਂ ਕਿ ਛੱਡ ਦੇਣਾ, ਭਾਵੇਂ ਇੱਕ ਅੰਗ ਕਰੋ, ਭਾਵੇਂ ਇੱਕ ਸ਼ਬਦ ਪੜੋ, ਭਾਵੇਂ 1 ਘੰਟਾ ਬੈਠ ਕੇ ਪੜੋ, ਭਾਵੇਂ ਸਾਰਾ ਦਿਨ ਪੜੀ ਜਾਓ, ਸਹਿਜ ਪਾਠ ਜ਼ਰੂਰ ਕਰਨਾ। ਮਹਾਰਾਜ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ। ਇਹ ਮੈਲ ਜਿਹੜੀ ਹੈ ਨਾ, ਭਰੀਏ ਮਤ ਪਾਪਾਂ ਕੇ ਸੰਗ, ਮਹਾਰਾਜ ਕਹਿੰਦੇ ਗੁਰਬਾਣੀ ਸੁਣਨ ਦੇ ਨਾਲ ਇਹ ਮੈਲ ਲੱਥ ਜਾਂਦੀ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਗੁਰੂ ਦੀ ਬਖਸ਼ਿਸ਼ ਹੈ। ਜਦੋਂ ਗੁਰੂ ਮਨ ਨੂੰ ਨਾਮ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਰੰਗ ਦਿੰਦਾ, ਉਹ ਧੋਪੇ ਨਾਮੇ ਕੇ ਰੰਗ, ਫਿਰ ਮਨ ਜਿਹੜਾ ਹੈ ਉਹ ਮਲੀਨ ਨਹੀਂ ਰਹਿੰਦਾ। ਇੱਕ ਭਾਈ ਗੁਰਦਾਸ ਸਾਹਿਬ ਜੀ ਉਦਾਹਰਨ ਦਿੰਦੇ ਆ। ਉਹ ਕਹਿੰਦੇ ਨੇ ਕਿ ਇੱਕ ਦਿਨ ਇੱਕ ਸਾਧੂ ਜਿਹੜਾ ਸੀ ਉਹ ਵੇਸਵਾ ਦੇ ਬੂਹੇ ਅੱਗੇ ਜਾ ਕੇ ਖਲੋਤਾ। ਸ਼ਾਮ ਦਾ ਸਮਾਂ, ਮੀਂਹ ਪਿਆ ਪਵੇ, ਠੰਡ ਬੜੀ। ਉਹਨੇ ਜਾ ਕੇ ਜਿਹੜਾ ਸੀ ਵੇਸਵਾ ਦੇ ਬੂਹੇ ਅੱਗੇ ਜਦੋਂ ਜਾ ਕੇ ਖਲੋਤਾ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਵੇਸਵਾ ਦੇ ਬੂਹੇ ਜਦੋਂ ਉਹਨੇ ਖੜਕਾਇਆ
ਤੇ ਬੂਹਾ ਉਹਨੇ ਖੋਲ ਕੇ ਕਿਹਾ, ਦੱਸੋ? ਕਹਿਣ ਲੱਗਾ, ਬੇਟਾ ਧੀਏ, ਮੈਂ ਅੱਜ ਰਾਤ ਕੱਟਣੀ, ਠੰਡ ਬਹੁਤ ਹੈ ਬਾਹਰ। ਹੁਣ ਵੇਸਵਾ ਜਿਹੜੀ ਸੀ ਉਹਨੇ ਕੰਨਾਂ ਦੇ ਨਾਲ ਜਦੋਂ ਇਹ ਗੱਲ ਸੁਣੀ ਕਿ ਮੈਨੂੰ ਧੀ ਆਖਿਆ, ਉਹਦੀਆਂ ਅੱਖਾਂ ਭਰ ਆਈਆਂ। ਗਨਕਾ ਜਿਹੜੀ ਸੀ ਉਹ ਪਾਪਾਂ ਦੇ ਵਿੱਚ ਗਲਤਾਨ ਹੋਈ ਪਈ ਆ, ਤੇ ਜਿਹੜਾ ਸਾਧੂ ਸੀ ਉਹ ਜਾ ਕੇ ਉਹਨੂੰ ਧੀ ਕਰਕੇ ਪੁਕਾਰਦਾ ਪਿਆ। ਤੇ ਜਦੋਂ ਉਹਨੇ ਪੁੱਛਿਆ ਕਿ ਅੱਖਾਂ ਧੀਏ ਕਿਉਂ ਭਰ ਆਈਆਂ, ਉਹ ਕਹਿੰਦੀ, ਅੱਜ ਤੱਕ ਲੋਕ ਮੇਰੇ ਕੇਵਲ ਜਿਸਮ ਨੂੰ ਦੇਖਦੇ ਸੀ, ਕੇਵਲ ਜਿਸਮ ਦੀ ਭੁੱਖ ਵਾਸਤੇ ਆਉਂਦੇ ਸੀ। ਅੱਜ ਪਹਿਲਾ ਉਹ ਆਇਆ ਜਿਨੇ ਇਸ ਜਿਸਮ ਨੂੰ ਨਹੀਂ, ਇਹਨੂੰ ਦੇਖ ਕੇ ਕਿਹਾ ਕਿ ਧੀਏ, ਤੇ ਅੱਜ ਤੱਕ ਧੀ ਕਿਸੇ ਨੇ ਨਹੀਂ ਆਖਿਆ। ਉਹਨੇ ਕਿਹਾ ਕਿ ਹੋਇਆ ਕੀ? ਕਹਿੰਦੀ, ਬਸ ਮੈਂ ਆਹ ਕੰਮ ਦੇ ਵਿੱਚ ਐਵੇਂ ਗਲਤਾਨ ਹੋ ਗਈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਖਦੀ ਪਈ ਹੈ ਕਿ ਜਦੋਂ ਨਾਮ ਜਪਿਆ ਨਾ ਉਹਨੇ, ਉਸ ਸਾਧੂ ਨੇ ਫਿਰ ਉਹਨੂੰ ਤੋਤਾ ਇੱਕ ਦਿੱਤਾ। ਕਹਿਣ ਲੱਗੇ, ਤੂੰ ਨਾਮ ਜਪੀ? ਕਹਿੰਦੀ, ਨਾਮ ਕਿੱਥੇ, ਹੁਣ ਤੇ ਖਿਆਲ ਹੀ ਕਾਮ ਦੇ ਆਉਂਦੇ ਨੇ ਹਰ ਵੇਲੇ। ਉਦੋਂ ਫਿਰ ਉਸਨੇ ਕਿਹਾ, ਸਾਧੂ ਨੇ, ਕਹਿਣ ਲੱਗੇ, ਆ ਤੋਤਾ ਰੱਖੀ ਕੋਲ, ਇਹਨੂੰ ਰੋਜ਼ ਤੂੰ ਰਾਮ ਰਾਮ ਪੜਾਉਣਾ ਸ਼ੁਰੂ ਕਰੀ। ਜਦੋਂ ਇਹਨੂੰ ਰਾਮ ਰਾਮ ਪੜਾਏਂਗੀ ਤੇ ਨਾਲੇ ਤੇਰਾ ਉਧਾਰ ਹੋਵੇਗਾ ਤੇ ਨਾਲੇ ਇਹਦਾ ਵੀ ਉਧਾਰ ਹੋਏਗਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਚ ਭਗਤ ਨਾਮਦੇਵ ਆਖਦੇ ਨੇ ਕਿ ਸੂਆ ਪੜਾਵਤ ਗਨਕਾ ਤਰੀ। ਹੁਣ ਬਾਣੀ ਪੜਨ ਵਾਲੇ ਜਾਂ ਜਿਹੜੇ ਮੁਕਤ ਹੋ ਗਏ, ਪਹਿਲੋਂ ਤੇ ਕਿਆ ਉਦਾਹਰਨ ਦਿੱਤੀ ਕਿ ਇੰਨੀ ਕੁ ਮੈਲੀ ਕਿ ਗਨਕਾ ਦੇ ਅਰਥ ਹੁੰਦੇ ਨੇ ਗਨ ਸਮੂਹ, ਕਿ ਜਿੰਦਾ ਅਧਿਕਾਰ, ਜਿੰਦੇ ਤੇ ਬਹੁਤ ਜਾਣਿਆਂ ਦਾ ਅਧਿਕਾਰ ਹੋਵੇ, ਉਹ ਗਨਕਾ ਉਹਨੂੰ ਕਿਹਾ ਗਿਆ। ਵੇਸਵਾ ਵਰਗਾ ਜੀਵਨ, ਪਾਪਾਂ ਨਾਲ ਭਰਿਆ ਜੀਵਨ। ਪਰ ਜਿੱਦਣ ਬਦਲਾਵ ਆਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਵਿੱਚ ਆਖਦੇ ਨੇ ਕਿ ਸੂਆ ਪੜਾਵਤ ਗਨਕਾ ਤਰੀ, ਸੋਹਰ ਨੈਨੋ ਕੀ ਪੁੱਤਰੀ। ਮਹਾਰਾਜ ਨੇ ਕਹਿੰਦੇ ਨੇ ਕਿ ਉਹਨੂੰ ਮਹਾਰਾਜ ਨੇ ਅੱਖਾਂ ਦੀਆਂ ਪਲਕਾਂ ਬਣਾ ਲਿਆ। ਜੀਵਨ ਬਦਲ ਗਿਆ ਨਾ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਪੇ ਨਾਵੇਂ ਕੇ ਰੰਗ। ਜਦੋਂ ਗੁਰੂ ਜੀਵਨ ਬਦਲਣ ਤੇ ਆਉਂਦਾ ਏ, ਫਿਰ ਉਹ ਗੁਰੂ ਸਤਿਗੁਰੂ ਮਹਾਰਾਜ ਤਰਸੀ ਕਰਦੇ ਆ। ਇਹ ਗੁਰੂ ਦੀ ਦਇਆ ਹੈ ਕਿ ਉਹ ਫਿਰ ਔਗਣ ਨਹੀਂ ਚਿਤਾਰਦਾ, ਉਹ ਆਪਣੀ ਦਇਆ, ਆਪਣਾ ਸੁਭਾਅ ਦੇਖਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜਿੱਦਨ ਉਹਦਾ ਤਰਸ ਦਾ ਸੁਭਾਅ ਹੁੰਦਾ ਹੈ ਤੇ ਮਹਾਰਾਜ ਆਪਣੇ ਆਪ ਨੂੰ ਵੀ ਕੈਦ ਦੇ ਵਿੱਚ ਪਾਉਣ ਨੂੰ ਤਿਆਰ ਹੋ ਜਾਂਦੇ ਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਉਹ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਜਿਸ ਦਿਨ ਬਣੇ, ਉਸ ਦਿਨ ਆਪ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਕੈਦ ਹੋਏ। ਲੋਕ ਇਤਿਹਾਸਕਾਰ ਭਾਵੇਂ ਆਖੀ ਜਾਣ ਕੇ ਜਹਾਂਗੀਰ ਨੇ ਕੈਦ ਕੀਤਾ, ਪਰ ਸੱਚ ਗੱਲ ਹੈ ਕਿ ਗੁਰੂ ਨੂੰ ਤਰਸ ਆ ਗਿਆ। ਉਹ ਜਿਹੜੇ 52 ਅੰਦਰ ਬੈਠੇ ਸੀ ਨਾ, ਉਹਨਾਂ ਦੀਆਂ ਰੋਜ਼ ਅਰਦਾਸਾਂ ਸੀ ਕਿ ਕੋਈ ਆਵੇ ਤੇ ਸਾਨੂੰ ਇੱਥੋਂ ਮੁਕਤ ਕਰ ਦੇ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਮੁਕਤ ਉੱਥੇ ਜਾ ਕੇ 52 ਨੂੰ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਤੋਂ ਬਾਅਦ ਆਗਰੇ ਜਾਂਦੇ ਆ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਮਹਾਰਾਜ ਦਾ ਜਿੱਥੇ ਤੰਬੂ ਲੱਗਿਆ ਤੇ ਜਹਾਂਗੀਰ ਦਾ ਤੰਬੂ ਵੀ ਬਰਾਬਰ ਤੇ ਲੱਗਿਆ ਹੋਇਆ ਹੈ। ਇੱਕ ਬੜਾ ਗਰੀਬ ਜਿਹਾ ਸਿੱਖ, ਜਿੰਦੇ ਕੋਲ ਨਾ ਤੇ ਬਹੁਤਾ ਧਨ ਸੀ ਤੇ ਨਾ ਕੋਈ ਸੁੱਖ ਦੇ ਬਹੁਤੇ ਸਾਧਨ, ਤੇ ਮਨ ਦੇ ਵਿੱਚ ਹਮੇਸ਼ਾ ਸੋਚਦਾ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਤੇ ਕਿਰਪਾ ਹੋਵੇ ਕਿ ਮੈਂ ਤੁਹਾਡੇ ਦਰਸ਼ਨ ਆ ਕੇ ਕਰਾਂ। ਪਰ ਜਦੋਂ ਦੇਖਣਾ ਕਿ ਮੇਰੇ ਕੋਲ ਤਾਂ ਕੌਡੀ ਵੀ ਬਹੁਤੀ ਪੱਲੇ ਨਹੀਂ ਪੈਂਦੀ, ਇੱਕ ਕੌਡੀ ਸਿੱਕਾ ਜਿਹੜਾ ਸੀ ਉਹਨੇ ਆਪਣੇ ਪੱਲੇ ਦੇ ਨਾਲ ਬੰਨ ਕੇ ਰੱਖਿਆ ਸੀ, ਤੇ ਮਨ ਦੇ ਵਿੱਚ ਇਹ ਭਰੋਸਾ ਆਸ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਕਿਰਪਾ ਕਰਨਗੇ, ਇਹ ਆ ਕੌਡੀ ਮੈਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸਾਂਗਾ। ਜਿੱਦਣ ਇਸ ਸਿੱਖ ਨੂੰ ਪਤਾ ਲੱਗਿਆ, ਕਿਸੇ ਨੇ ਜਾ ਕੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਵਾਸਤੇ ਤੂੰ ਤਰਸਦਾ ਸਾਂ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਗਰੇ ਆਏ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕਿਹਾ ਭੇਟਾ ਕੀ ਲੈ ਕੇ ਜਾਵਾਂ? ਇੱਕ ਤਾਂ ਕੌਡੀ ਨਾਲ ਲਈ, ਇੱਕ ਘਾਹ ਦੀ, ਹਰੇ ਘਾਹ ਦੀ ਪੰਡ ਤਿਆਰ ਕੀਤੀ। ਉਹ ਪੰਡ ਲਿਜਾ ਕੇ ਜਦੋਂ ਗਿਆ ਉੱਥੇ ਆਗਰੇ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੰਬੂ ਦੀ ਥਾਂ ਤੇ ਭੁਲੇਖਾ ਲੱਗਾ ਤੇ ਜਹਾਂਗੀਰ ਦੇ ਤੰਬੂ ਵਿੱਚ ਚਲੇ ਗਿਆ। ਜਾ ਕੇ ਘਾਹ ਦੀ ਪੰਡ ਰੱਖ ਦਿੱਤੀ ਜਹਾਂਗੀਰ ਦੇ ਅੱਗੇ, ਉਹ ਇੱਕ ਟਕਾ ਅੱਗੇ ਰੱਖ ਦਿੱਤਾ ਤੇ ਜਾ ਕੇ ਨਮਸਕਾਰ ਕਰਕੇ ਆਂਦਾ, ਬਾਦਸ਼ਾਹ, ਪਾਤਸ਼ਾਹ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ, ਮੇਰੀ ਮੱਤ ਧੋ ਦਿਓ, ਮੇਰੇ ਪਾਪਾਂ ਨੂੰ ਖਤਮ ਕਰ ਦਿਓ, ਮੇਰਾ ਆ ਜਨਮ ਤੇ ਮਰਨ ਦਾ ਗੇੜ ਮੁੱਕ ਜਾਏ। ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਸਿੱਖ ਜਦੋਂ ਬੇਨਤੀ ਕੀਤੀ ਤੇ ਜਹਾਂਗੀਰ ਆਖਦਾ, ਕਹਿੰਦੇ ਤੂੰ ਆਇਆ ਕਿੰਦੇ ਕੋਲ ਏ? ਮੈਂ ਤਾਂ ਸਮੇਂ ਦਾ ਬਾਦਸ਼ਾਹ ਹਾਂ ਜਹਾਂਗੀਰ। ਉਸੇ ਵੇਲੇ ਸਿੱਖ ਉੱਠਿਆ ਤੇ ਉਹਨੇ ਪੰਡ ਜਿਹੜੀ ਸੀ ਉਹ ਚੁੱਕੀ, ਤੇ ਟਕਾ ਜਦੋਂ ਚੁੱਕਿਆ ਤੇ ਬਾਦਸ਼ਾਹ ਨੇ ਕਹਿ ਦਿੱਤਾ, ਕਹਿੰਦੇ ਇਹ ਤੋਹੀਨ ਆ ਬਾਦਸ਼ਾਹ ਦੀ,
ਭੇਟਾ ਰੱਖ ਕੇ ਬਾਦਸ਼ਾਹ ਦੇ ਅੱਗੇ ਚੁੱਕੀ ਦੀਆਂ ਨਹੀਂ ਆ। ਉਹਨੇ ਕਿਹਾ ਇਹ ਭੇਟਾ ਜਿਹੜੀ ਹੈ ਗੁਰੂ ਦੇ ਚਰਨਾਂ ਵਿੱਚ ਜਾਏਗੀ। ਬਾਦਸ਼ਾਹ ਆਖਦਾ ਹੈ, ਕਹਿੰਦਾ ਜੇਕਰ ਤੂੰ ਆ ਟਕਾ ਇੱਥੇ ਛੱਡ ਦਵੇਂ ਤੇ ਮੈਂ ਤੈਨੂੰ ਸੋਨੇ ਦੀਆਂ ਮੋਹਰਾਂ ਦੇ ਸਕਦਾ, ਜਾ ਕੇ ਗੁਰੂ ਚਰਨਾਂ 'ਚ ਚੜਾਵੀਂ। ਕਹਿੰਦੇ ਉੱਥੇ ਸੋਨੇ ਦੀਆਂ ਮੋਹਰਾਂ ਨਹੀਂ ਚੱਲਦੀਆਂ, ਪ੍ਰੇਮ ਦੇ ਟਕੇ ਚੱਲਦੇ ਆ। ਉੱਥੇ ਫਿਰ ਉਹਨੇ ਇੱਕ ਸਵਾਲ ਕੀਤਾ ਬਾਦਸ਼ਾਹ ਨੂੰ। ਉਹ ਕਹਿੰਦਾ ਕਿ ਦੇਖੋ ਬਾਦਸ਼ਾਹ, ਤੁਹਾਡੇ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ ਤੇ ਲੋਧੀਆਂ ਦੇ ਸਿੱਕੇ ਤੁਹਾਡੇ ਰਾਜ 'ਚ ਅੱਜ ਚੱਲਦੇ ਨੇ? ਉਹ ਕਹਿੰਦੇ ਨਹੀਂ, ਅਸੀਂ ਤੇ ਉਦੋਂ ਹੀ ਖਤਮ ਕਰ ਦਿੱਤੇ ਜਿੱਦਣ ਸਾਡੇ ਬਾਬੇ ਬਾਬਰਕਿਆਂ ਨੇ ਰਾਜ ਸ਼ੁਰੂ ਕੀਤਾ, ਹੁਣ ਨਹੀਂ ਚੱਲਦੇ ਉਹਨਾਂ ਦੇ ਸਿੱਕੇ। ਕਹਿੰਦੇ ਬਸ ਇਸੇ ਤਰ੍ਹਾਂ ਜਿੱਥੇ ਪ੍ਰੇਮ ਦੇ ਸਿੱਕੇ ਚੱਲਦੇ ਆ, ਉੱਥੇ ਬਾਦਸ਼ਾਹ ਦੀ ਖੁਸ਼ਾਮਦ ਦੀਆਂ ਮੋਹਰਾਂ ਨਹੀਂ ਚੱਲਿਆ ਕਰਦੀਆਂ। ਉਹਨੇ ਪੰਡ ਲੈ ਕੇ ਗਿਆ, ਉਹਨੇ ਸਿੱਕਾ ਚੁੱਕਿਆ, ਮਗਰ ਜਾਂਗੀਰ ਤੁਰ ਪਿਆ। ਅੱਗੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹ ਆ ਕੇ ਕਹਿੰਦੇ ਨੇ, ਲਿਆ ਸਿੱਖਾ ਪੰਡ ਮੈਨੂੰ ਚੁਕਾ ਦੇ। ਉਹ ਕਹਿੰਦਾ ਮੈਂ ਪਹਿਲੋਂ ਧੋਖਾ ਖਾਦਾ ਸੀ, ਹੁਣ ਨਹੀਂ ਪੰਡ ਫੜਾਉਣੀ ਕਿਸੇ ਨੂੰ। ਉਹ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਖਿਆ ਨਾ, ਤੇ ਮਗਰ ਜਾਂਗੀਰ ਬਾਦਸ਼ਾਹ ਕਹਿੰਦੇ ਇਹੀ ਸੱਚਾ ਪਾਤਸ਼ਾਹੀ ਜਿਹੜਾ ਜਨਮ ਮਰਨ ਕੱਟ ਸਕਦਾ, ਅਸੀਂ ਤੇ ਆਪ ਜਨਮਾਂ ਤੇ ਮਰਨਾਂ ਦੇ ਗੇੜ ਦੇ ਵਿੱਚ ਆ। ਉਹਨੇ ਪੰਡ ਰੱਖੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ, ਟਕਾ ਰੱਖ ਕੇ ਆਖਦਾ, ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨੂੰ ਸੀਨੇ ਦੇ ਨਾਲ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਅੱਜ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇਂ ਕੇ ਰੰਗ। ਨਾਮ ਦੇ ਪ੍ਰੇਮ ਦੇ ਰੰਗ ਦੇ ਵਿੱਚ, ਰੰਗ ਦੇ ਅਰਥ ਨੇ ਪ੍ਰੇਮ। ਕਹਿੰਦੇ ਨੇ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹਨੂੰ ਪ੍ਰੇਮ ਦੇ ਨਾਲ ਜਪਨਾ ਕਰ, ਮਤ ਉਜਲੀ ਹੋ ਜਾਂਦੀ ਏ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪੁੰਨੀ ਪਾਪੀ ਆਖਣ ਨਾਹੇ। ਹੁਣ ਮਹਾਰਾਜ ਕਹਿੰਦੇ ਇਹ ਕੱਲਾ ਅਖਾਨ ਨਹੀਂ ਆ ਕਿ ਇਹ ਕੱਲਾ ਕਹਿਣ ਦੀਆਂ ਗੱਲਾਂ ਨੇ, ਜਿਵੇਂ ਅੱਜ ਲੋਕੀ ਕਹਿੰਦੇ ਨੇ। ਨਹੀਂ ਜੀ, ਦੇਖੋ ਕਿਹੜਾ ਪਾਪ, ਕਿਹੜਾ ਪੁੰਨ, ਕਿਹੜਾ ਨਰਕ, ਕਿਹੜਾ ਸੁਰਗ। ਚਾਰ ਵਾਕ ਧਰਮ ਜਿਹੜਾ ਹੈ ਨਾ ਜੀ, ਚਾਰ ਵਾਕ ਧਰਮ ਵਾਲੇ ਤਾਂ ਇੱਥੋਂ ਤੱਕ ਆਖਦੇ ਸੀ, ਕਹਿਣ ਲੱਗੇ ਕਿ ਪਰਮਾਤਮਾ ਕੋਈ ਨਹੀਂ ਹੈ, ਘਾਹ ਤੋਂ ਘਾਹ ਪੈਦਾ ਹੁੰਦਾ ਹੈ, ਜਾਨਵਰਾਂ ਤੋਂ ਜਾਨਵਰ ਪੈਦਾ ਹੁੰਦੇ ਨੇ, ਇਨਸਾਨਾਂ ਤੋਂ ਇਨਸਾਨ ਪੈਦਾ ਹੁੰਦੇ ਨੇ, ਕੋਈ ਪਾਪ ਪੁੰਨ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਆਖਣ ਦੀਆਂ ਗੱਲਾਂ ਨਹੀਂ ਕਿ ਪਾਪ ਪੁੰਨ ਨਹੀਂ ਨੇ। ਮਹਾਰਾਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਕਰ ਕਰ ਤੋਂ ਭਾਵ ਹੈ ਕਿ ਜਿੰਨੇ ਤੂੰ ਕਰਮ ਕਰਦਾ ਹੈ, ਪਾਪ ਦੇ ਕਰਮ ਕੀਤੇ, ਪੁੰਨ ਦੇ ਕਰਮ ਕੀਤੇ, ਮਹਾਰਾਜ ਕਹਿੰਦੇ ਹੋਰ ਕੁਝ ਤੇਰੇ ਨਾਲ ਨਹੀਂ ਜਾਣਾ, ਕੇਵਲ ਨਾਲ ਜਾਵੇਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੇ ਕੀਤੇ ਹੋਏ ਕਰਮ ਨਾਲ ਜਾਣਗੇ। ਆਪੇ ਬੀਜ ਆਪੇ ਹੀ ਖਾਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਰਮਾਂ ਦੇ ਬੀਜ ਬੰਦਾ ਆਪ ਬੀਜਦਾ ਏ ਤੇ ਆਪ ਹੀ ਫਿਰ ਉਹਨਾਂ ਨੂੰ ਖਾਣਾ ਪੈਂਦਾ ਏ। ਜਿਹਾ ਬੀਜੇ ਸੋ ਲੁਨੇ ਕਰਮਾ ਸੰਦੜਾ ਖੇਤ। ਤੇ ਮਹਾਰਾਜ ਕਹਿੰਦੇ ਇਹ ਜਿੱਦਾਂ ਇੱਥੇ ਤਾਂ ਖੇਤੀ ਕੋਈ ਬੀਜੇ ਕੋਈ ਵੱਢ ਲੈਂਦਾ ਏ, ਖਾ ਕੋਈ ਲੈਂਦਾ ਏ, ਪਰ ਕਰਮਾਂ ਦੀ ਖੇਤੀ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਬੀਜੀ ਤੂੰ ਹੈ ਤੇ ਖਾਣੀ ਤੈਨੂੰ ਪੈਣੀ ਏ। ਪਰ ਇੱਕ ਉਦਾਹਰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਚ ਮਿਲਦੀ ਏ। ਜੇ ਮਾਲਕ ਤਰਸ ਕਰ ਦੇਵੇ ਤਾਂ ਭਾਈ ਕਲਿਆਣ ਜੀ ਉਹ ਮੰਡੀ ਹਿਮਾਚਲ ਗਏ ਲੱਕੜਾਂ ਲੈਣ ਵਾਸਤੇ। ਹਿਮਾਚਲ ਦਾ ਰਾਜਾ ਜਿਹੜਾ ਸੀ ਉਹ ਇੰਨਾ ਕੁ ਪ੍ਰਭਾਵਿਤ ਹੋਇਆ, ਉੱਥੇ ਇਕਾਦਸ਼ੀ ਦੇ ਵਰਤ ਚੱਲਦੇ ਪਏ ਸੀ ਤੇ ਪ੍ਰਭਾਵਿਤ ਇੰਨਾ ਕੁ ਹੋਇਆ ਸਿੱਖ ਦੇ ਜੀਵਨ ਤੋਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆ ਗਿਆ। ਤੇ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਉਸ ਵੇਲੇ ਸਤਿਗੁਰ ਮਹਾਰਾਜ ਪਾਤਸ਼ਾਹ ਬਾਣੀ ਜਦੋਂ ਪੜ੍ਹਦੇ ਪਏ ਸੀ ਤੇ ਬਾਣੀ ਦੀ ਪੰਕਤੀ ਸੀ ਕਿ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਲੇਖ ਮਿਟਦੇ ਨਹੀਂ ਤੇ ਕਹਿੰਦਾ ਜੇ ਲੇਖ ਨਹੀਂ ਮਿਟਨੇ ਤੇ ਫਿਰ ਗੁਰੂ ਕੋਲ ਕਦ ਲਈ ਆਉਣਾ। ਸੱਚੇ ਪਾਤਸ਼ਾਹ ਮਹਾਰਾਜ ਨੇ ਨੂੰ ਕਿਹਾ ਕਿ ਕੁਝ ਦਿਨ ਰੁਕੋ, ਤੁਸੀਂ ਜਾਇਓ ਨਾ। ਜੇ ਗੁਰੂ ਕੋਲ ਆ ਕੇ ਜੇ ਭਰਮ ਨਾ ਮਿਟਿਆ ਤੇ ਫਿਰ ਆਉਣ ਦਾ ਕੀ ਫਾਇਦਾ। ਰਾਤ ਨੂੰ ਸੁਪਨਾ ਆਇਆ, ਸੁਪਨੇ ਵਿੱਚ ਮੌਤ ਦੇਖੀ, ਦੁਬਾਰਾ ਜਨਮ ਦੇਖਿਆ। ਜਿਹੜੇ ਚੰਡਾਲਾਂ ਦੇ ਘਰ ਦੇ ਵਿੱਚ ਜਨਮ ਹੋ ਗਿਆ, ਫਿਰ ਚੰਡਾਲਾਂ ਦੇ ਵਿੱਚ ਪਰਿਵਾਰ ਵਧਿਆ, ਮੌਤ ਹੋ ਗਈ। ਜਦੋਂ ਸਵੇਰੇ ਉੱਠਿਆ ਤੇ ਉਸੇ ਤਰ੍ਹਾਂ, ਪਰ ਡਰਿਆ ਬਹੁਤ ਸੁਪਨਾ ਵੇਖ ਕੇ। ਮਹਾਰਾਜ ਸ਼ਿਕਾਰ ਖੇਡਣ ਵਾਸਤੇ ਲੈ ਕੇ ਗਏ ਤੇ ਜਦੋਂ ਸ਼ਿਕਾਰ ਖੇਡਣ ਵਾਸਤੇ ਲੈ ਕੇ ਜਾਂਦੇ ਆ ਨਾ ਤੇ ਉੱਥੇ ਇਹ ਸਤਿਗੁਰ ਮਹਾਰਾਜ ਜੀ ਤੋਂ ਥੋੜਾ ਦੂਰ ਚਲੇ ਗਿਆ। ਪਰ ਉੱਥੇ ਜਾ ਕੇ ਜਦੋਂ ਇਹ ਪਾਣੀ ਲੱਭਦਾ ਲੱਭਦਾ ਇੱਕ ਦਰਖਤ ਥੱਲੇ ਲੇਟਿਆ, ਚੰਡਾਲ ਉੱਥੇ ਆਏ। ਉਹ ਕਹਿੰਦੇ ਤੂੰ ਤੇ ਸਾਡਾ ਪਰਿਵਾਰ ਦਾ ਜੀ ਸੀ, ਇੱਥੇ ਕੀ ਕਰਦਾ ਹੈ? ਬੜਾ ਉੱਥੇ ਰੌਲਾ ਪਿਆ। ਉਹ ਕਹਿੰਦਾ ਮੈਂ ਤੇ ਰਾਜਾ। ਕਹਿੰਦੇ ਕੋਈ ਰਾਜਾ ਨਹੀਂ, ਤੂੰ ਤੇ ਸਾਡਾ ਬਜ਼ੁਰਗ ਹੈ। ਉਹਨੇ ਨੂੰ ਸਤਿਗੁਰ ਮਹਾਰਾਜ ਪਾਤਸ਼ਾਹ ਵੀ ਗਏ ਤੇ ਉਹਨਾਂ ਨੇ ਜਾ ਕੇ ਪੁੱਛਿਆ, ਕਹਿੰਦੇ ਗੱਲ ਕੀ? ਕਹਿੰਦੇ ਸਾਡਾ ਬਜ਼ੁਰਗ ਤੇ ਨਾਟਕ ਕਰਤਾ ਕੱਲ ਮਰਨ ਦਾ,
ਤੇ ਅੱਜ ਇਹ ਚੰਗਾ ਭਲਾ ਮਹਾਰਾਜ ਕਹਿੰਦੇ ਕਿੱਥੇ ਦਫਨਾਇਆ। ਉਹਨਾਂ ਨੇ ਕਬਰ ਖੋਲੀ ਤੇ ਕਬਰ ਦੇ ਵਿੱਚ ਉਹ ਚੰਡਾਲ ਬਿਲਕੁਲ ਸ਼ਕਲ ਉਵੇਂ ਦੀ। ਤੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਰਾਜੇ ਨੂੰ ਵਾਪਸ ਲੈ ਕੇ ਆਏ ਤੇ ਸੁਪਨਾ ਉਹਨੇ ਫਿਰ ਦੱਸਿਆ, ਕਹਿਣ ਲੱਗਾ ਮਹਾਰਾਜ ਸੁਪਨਾ ਆਇਆ ਸੀ ਇਵੇਂ ਦਾ, ਤੇ ਜੋ ਕੁਝ ਅੱਜ ਹੋਇਆ ਉਹ ਸੁਪਨੇ ਦੇ ਵਿੱਚ ਮੇਰੇ ਨਾਲ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਜਿਹੜਾ ਹੈ ਉਹ ਜੋ ਕਰਮਾਂ 'ਚ ਲਿਖਿਆ ਉਹ ਮਿਲਦਾ ਜ਼ਰੂਰ ਏ, ਪਰ ਜੇ ਗੁਰੂ ਕਿਰਪਾ ਕਰੇ ਉਹਨੂੰ ਸੁਪਨੇ ਦੇ ਵਿੱਚ ਦਵਾ ਦਿੰਦਾ ਹੈ, ਸੁਪਨੇ ਦੇ ਵਿੱਚ ਵੀ ਕੱਟ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਪੁੰਨੀ ਪਾਪੀ ਆਖ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਆਪ ਬੀਜ ਕੇ ਆਪ ਹੀ ਖਾਣਾ ਪੈਂਦਾ ਏ, ਨਾਨਕ ਹੁਕਮੇ ਆਵੋ ਜਾਹੋ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਰੱਬ ਦਾ ਹੁਕਮ ਹੈ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਕਮ ਦੇ ਵਿੱਚ ਲੋਕ ਜਨਮਦੇ ਨੇ, ਹੁਕਮ ਦੇ ਵਿੱਚ ਇੱਥੋਂ ਚਲੇ ਜਾਂਦੇ ਨੇ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਇਹ ਸਜ਼ਾ ਉਨੀ ਦੇਰ ਨਹੀਂ ਮੁੱਕਦੀ ਜਿੰਨੀ ਦੇਰ ਤੱਕ ਸੱਚੇ ਗੁਰੂ ਦੀ ਸ਼ਰਨ ਵਿੱਚ ਨਹੀਂ ਪਵਾਂਗੇ। ਇੱਥੋਂ ਤੱਕ ਜਿਹੜੀ 20 ਪੌੜੀਆਂ ਦੀ ਵਿਚਾਰ ਜਿਹੜੀ ਹੈ ਉਹ ਸੰਪੂਰਨ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਕਿ ਇੱਕ ਹਫ਼ਤਾ ਆਪ ਜੀ ਦੇ ਨਾਲ ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਤੱਕ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਸ ਅਸਥਾਨ ਤੇ ਕਥਾ ਦੀ ਸੇਵਾ ਸੀ। ਇਸ ਤੋਂ ਅੱਗੇ ਜਿਹੜਾ ਦਾਸ ਦਾ ਪ੍ਰਚਾਰ ਦੌਰਾ ਹੈ ਉਹ ਬਰਮਿੰਗਮ ਸਾਈਡ ਤੇ ਹੈ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਕਿ ਜੋ ਬਾਣੀ ਦੇ ਵਿੱਚ ਅਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਪੜ੍ਹਦੇ ਹਾਂ ਉਹਦੇ ਉੱਤੇ ਸਾਡਾ ਜੀਵਨ ਚੱਲ ਸਕੇ, ਸਾਡਾ ਜੀਵਨ ਗੁਰਬਾਣੀ ਦੇ ਵਾਂਗ ਹੋ ਸਕੇ। ਆਪ ਸਾਰੀ ਸੰਗਤ ਦਾ ਧੰਨਵਾਦ। ਇੱਕ ਗੱਲ ਦੀ ਬੜੀ ਖੁਸ਼ੀ ਹੋਈ ਇੱਥੇ ਦੇਖ ਕੇ ਕਿ ਆਪ ਸੰਗਤ ਇੱਥੋਂ ਦੇ ਪ੍ਰਬੰਧਕ ਸੱਜਣ ਉਹ ਬਹੁਤ ਉਪਰਾਲੇ ਕਰਦੇ ਪਏ ਨੇ ਕਿ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਵਾਸਤੇ, ਗੁਰਬਾਣੀ ਦੇ ਨਾਲ ਜੋੜਨ ਵਾਸਤੇ, ਗੁਰਮਤਿ ਸੰਗੀਤ ਦੇ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ। ਤੇ ਦੇਖ ਕੇ ਬਹੁਤ ਖੁਸ਼ ਹੋਇਆ ਮਨ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਜਦੋਂ ਪੰਜਾਬੀ ਅੱਖਰਾਂ ਨੂੰ ਪੜ੍ਹਦੇ, ਬਿਨਾਂ ਪੰਜਾਬੀ ਪੜ੍ਹਿਓ ਗੁਰਬਾਣੀ ਵੀ ਨਹੀਂ ਪੜ੍ਹੀ ਜਾਣੀ। ਰਾੜਾ ਅੱਖਰ ਸਾਡੇ ਕੋਲ ਅੰਗਰੇਜ਼ੀ ਵਿੱਚ ਨਹੀਂ ਪੜਿਆ ਜਾਣਾ। ਊੜਾ ਜਿਹੜਾ ਹੈ ਊੜੇ ਦੇ ਵਿੱਚ ਵੀ ਰਾੜੇ ਦੀ ਆਵਾਜ਼ ਆਏਗੀ ਤੇ ਅਖੀਰ ਤੇ ਵੀ ਰਾੜਾ ਹੀ ਸ਼ਬਦ ਆਉਂਦਾ ਹੈ। ਜੇਕਰ ਅਸੀਂ ਬਾਣੀ ਪੜ੍ਹਨੀ ਹੈ ਤੇ ਊੜਾ ਤੇ ਜੂੜਾ ਦੋਨੋਂ ਸੰਭਾਲਾਂਗੇ, ਸਿੱਖੀ ਵੀ ਬਚੇਗੀ ਤੇ ਬਾਣੀ ਵਾਲਾ ਪੱਖ ਵੀ ਸਾਡੇ ਜੀਵਨ ਵਿੱਚ ਬਚ ਜਾਏਗਾ। ਗੁਰੂ ਕਿਰਪਾ ਕਰੇ ਕਿ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਬਖਸ਼ਿਸ਼ ਕਰਨ ਸਮੁੱਚੇ ਪ੍ਰਬੰਧਕ ਸੱਜਣਾ ਨੂੰ, ਸਰਦਾਰ ਗੁਰਮੇਲ ਸਿੰਘ ਜੀ ਮੱਲੀ ਸਰਪੰਚ ਸਾਹਿਬ ਤੇ ਹੋਰ ਕੁਲਵੰਤ ਸਿੰਘ ਜੀ ਭਿੰਡਰ ਸਾਹਿਬ, ਸਮੁੱਚੇ ਪ੍ਰਬੰਧਕ ਸੱਜਣਾ ਨੂੰ ਇਵੇਂ ਉਪਰਾਲੇ ਕਰਨ ਵਾਸਤੇ ਜਿੱਥੇ ਉਹ ਵਧਾਈ ਦੇ ਪਾਤਰ ਨੇ। ਅਰਦਾਸ ਹੈ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਇਸੇ ਤਰ੍ਹਾਂ ਉਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਉਪਰਾਲੇ ਕਰਦੇ ਰਹਿਣ। ਅਰਦਾਸ ਸਾਰੀ ਸੰਗਤ ਕਰੋ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੀ ਸੰਗਤ ਦਾ, ਸਮੁੱਚੇ ਸਿੰਘ ਸਹਿਬਾਨ, ਗਿਆਨੀ ਸਹਿਬਾਨ, ਗ੍ਰੰਥੀ ਸਹਿਬਾਨਾਂ ਦਾ, ਜਿਨ੍ਹਾਂ ਨੇ ਇੱਥੇ ਬਹੁਤ ਪਿਆਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਸੰਗਤਾਂ ਦੇ ਚਰਨ ਪਰਸੇ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ, ਉਹ ਵੀ ਵਿਸ਼ੇਸ਼ ਤੌਰ ਤੇ ਜੱਥਾ ਲੈ ਕਰਕੇ ਇੱਥੇ ਪਹੁੰਚੇ ਹੋਏ ਨੇ। ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ, ਬਲਾਓ ਫਤਿਹ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਭਾਗੀ ਉਸਾਦ ਸੰਗਤ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਪਲਾ ਕਰ ਰਹੇ ਹੋ। ਆਪ ਜੀਆਂ ਨੂੰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਜੀ ਗਿਆਨੀ ਜੀ ਦਾ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਜੀਆਂ ਨੂੰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਾਈ ਹੈ। ਆਓ ਹੁਣ ਆਪ